सत श्री अकाल, स्वागत है। गौरव शुक्ला मैं हां तुहाडे नाल हाज़र हां खबरां दा प्राइम टाइम लैके ते प्राइम टाइम दे विच अज गल पेंशन दी। जी हां, 2004 तो बाद भर्ती होए सरकारी मुलाजमां नूं 24 दिन पहलां पुरानी पेंशन स्कीम वाले पंजाब सरकार दे फैसले ने जश्न मनाउण दा मौका दित्ता सी कि साडी भी पेंशन लग जानी है। ये 18 तरीक नूं नवंबर नूं सरकार दे वल्लों जिक्र होया सी कैबिनेट दे विच। ਤਾਂ ਕੇਂਦਰ ਦੀ ਸਰਕਾਰ ਦੇ ਲੋਕ ਸਭਾ ਦੇ ਵਿੱਚ ਦਿੱਤੇ ਇੱਕ ਜਵਾਬ ਦੇ ਨਾਲ OPC OPS ਵਾਲੀਆਂ ਉਮੀਦਾਂ ਨੂੰ ਹੁਣ ਝਟਕਾ ਜ਼ਰੂਰ ਲੱਗਿਆ ਹੈ। ਜਿਹਾਂ ਕੇਂਦਰ ਦੀ ਸਰਕਾਰ ਨੇ ਪੈਨਸ਼ਨ ਸਕੀਮ ਤੇ ਤਾਂ ਨਾ ਕੀਤੀ ਹੀ, ਨਾਲ ਹੀ NPS ਨੈਸ਼ਨਲ ਪੈਨਸ਼ਨ ਸਿਸਟਮ ਦਾ ਫੰਡ ਦੇਣ ਤੋਂ ਵੀ ਕੋਰਾ ਇਨਕਾਰ ਕਰ ਦਿੱਤਾ ਹੈ। ਹੁਣ ਸਵਾਲ ਇਹੋ ਹੈ ਕਿ ਆਖਿਰ NPS ਦੇ ਫੰਡ ਤੋਂ ਬਿਨਾਂ ਕਿ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਭੁੱਲ ਜਾਣੀ ਚਾਹੀਦੀ ਹੈ ਜਾਂ ਪੰਜਾਬ ਦੀ ਸਰਕਾਰ ਦੇ ਕੋਲ ਕੋਈ ਵੱਖਰਾ ਫਾਰਮੂਲਾ ਵੀ ਹੈ ਕਿ ਜੇਕਰ NPS ਦਾ ਪੈਸਾ ਨਹੀਂ ਮਿਲਦਾ ਜੋ ਕਰੀਬ 17,000 ਕਰੋੜ ਰੁਪਏ ਹੈ, ਤਾਂ ਕੀ ਸਰਕਾਰ ਦੇ ਕੋਲ ਕੋਈ ਐਸਾ ਫਾਰਮੂਲਾ ਹੈ ਕਿ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਨੇ ਜਾਂ ਫਿਰ ਅੱਗੇ ਸਰਕਾਰੀ ਨੌਕਰੀ ਦੇ ਵਿੱਚ ਭਰਤੀ ਹੋਣਗੇ ਉਹਨਾਂ ਨੂੰ ਪੈਨਸ਼ਨ ਵਾਲਾ ਪੂਰੀ ਸਕੀਮ ਜਾਂ ਉਸ ਦਾ ਲਾਭ ਮਿਲ ਸਕੇ। ਤਾਂ ਸਵਾਲ ਤਾਂ ਇਹ ਵੀ ਹੈ ਕਿ ਆਖਿਰ ਫੰਡ ਆਏਗਾ ਕਿੱਥੋਂ? ਕਿ ਜੇਕਰ ਸਰਕਾਰ ਕਹਿੰਦੀ ਹੈ ਕਿ ਹਾਂ ਠੀਕ ਹੈ ਕਿ ਪੈਨਸ਼ਨ ਸਕੀਮ ਤਾਂ ਅਸੀਂ ਦੇਣੀ ਜ਼ਰੂਰ ਹੈ। ਕਾबिल गौर यह भी है कि 1 अप्रैल 2004 तो यह स्कीम पेंशन वाली जिसनों पुरानी पेंशन स्कीम कहा जा रहा है, यह बंद हुई सी 1 अप्रैल 2004 तो जिहड़े भर्ती उस तो बाद होए ने वो जाके रिटायर होणगे, कुछ होर सालां च भी रिटायर होणगे, पर 2032 के नेड़े जाके उस तो बाद 2004 तो बाद भर्ती होए मुलाजमां दी रिटायरमेंट होवेगी। यानी उस समय एक वड्डी अमाउंट चाहिदी होएगी ते उस तो बाद भी ताकि मुलाजमां नूं पेंशन दित्ती जा सके। खैर अज इस पूरे मुद्दे नूं समझण दी, इस दे उत्ते चर्चा करन दी कोशिश होवेगी। सरकार तो सीधा सवाल होएगा कि तुहाडे कोल फार्मूला की है, वो तुसीं मुलाजमां नूं जरूर दसो। तां गल होएगी पुरानी स्कीम ते खड़े होए NPS वाले नवें विवाद दी। OPS यानी ओल्ड पेंशन स्कीम, मान सरकार ने इस स्कीम ਨੂੰ ਲੈ ਕੇ ਪਿਛਲੇ ਦਿਨੀ ਹੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ। ਹਾਲਾਂਕਿ ਇਸ ਦੇ ਵਿੱਚ ਸ਼ਰਤਾਂ ਕੀ ਹੋਣਗੀਆਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਅਜੇ ਸਕੀਮ ਸਵਾਲਾਂ ਦੇ ਵਿੱਚ ਹੀ ਸੀ ਕਿ ਕੇਂਦਰ ਨੇ ਸਰਕਾਰ ਨੂੰ ਵੱਡਾ ਝਟਕਾ ਦੇ ਦਿੱਤਾ ਹੈ। OPS ਤੇ ਕੇਂਦਰ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਸਾਫ਼ ਕੀਤਾ ਗਿਆ ਕਿ NPS ਦੇ ਵਿੱਚ ਜਮ੍ਹਾਂ ਫੰਡ ਸੂਬਿਆਂ ਨੂੰ ਵਾਪਸ ਨਹੀਂ ਹੋਣਗੇ। ਦਰਅਸਲ ਲੋਕ ਸਭਾ ਦੇ ਵਿੱਚ ਅਸਦੁਦੀਨ ਓਵੈਸੀ ਨੇ ਕੇਂਦਰ ਤੋਂ OPS ਤੇ NPS ਨੂੰ ਲੈ ਕੇ ਸਵਾਲ ਪੁੱਛਿਆ ਸੀ, ਜਿਸ ਤੇ ਲੋਕ ਸਭਾ 'ਚ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਕੋਈ ਵੀ ਯੋਜਨਾ ਨਹੀਂ ਹੈ। ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਨੇ OPS ਬਹਾਲੀ ਦੀ ਜਾਣਕਾਰੀ ਦਿੱਤੀ ਹੈ। ਤਿੰਨਾਂ ਰਾਜਾਂ ਨੇ NPS ਦੇ ਤਹਿਤ ਜਮ੍ਹਾਂ ਫੰਡ ਵਾਪਸ ਕਰਨ ਦੇ ਮਤੇ ਭੇਜੇ ਨੇ। ਕੇਂਦਰ ਦੇ ਜਵਾਬ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬ ਨੇ ਫੰਡ ਵਾਪਸੀ ਦਾ ਹਾਲੇ ਤੱਕ ਕੋਈ ਵੀ ਮਤਾ ਨਹੀਂ ਭੇਜਿਆ। NPS ਦੇ ਤਹਿਤ ਜਮ੍ਹਾਂ ਰਕਮ ਵਾਪਸ ਕਰਨ ਦੀ ਕੋਈ ਵੀ ਕਾਨੂੰਨੀ ਵਿਵਸਥਾ ਨਹੀਂ ਹੈ। ਹੁਣ ਕੇਂਦਰ ਵੱਲੋਂ ਰੁਖ ਸਪਸ਼ਟ ਕਰਨ ਦੀ ਸਿਆਸਤ ਵਿਭਾਗੀ ਹੈ। ਆਪ ਵੱਲੋਂ ਨਿਸ਼ਾਨਾ ਕੇਂਦਰ ਤੇ ਸਾਧਿਆ ਜਾ ਰਿਹਾ ਹੈ। ਇਸ ਤਰੀਕੇ ਨਾਲ ਅੱਜ ਸਦਨ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਕਿਹਾ ਕਿ ਉਹ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕਰ ਰਹੀ ਔਰ ਨਾ ਹੀ ਜਿਹੜਾ ਉਸ ਕਾਰਪਸ ਦੇ ਵਿੱਚ ਮੁਲਾਜ਼ਮਾਂ ਦਾ ਤੇ ਸੂਬਾ ਸਰਕਾਰਾਂ ਦਾ ਪੈਸਾ ਪਿਆ ਉਹ ਵਾਪਸ ਕਰੇਗੀ। ਇੱਥੋਂ ਇੱਕ ਗੱਲ ਤੇ ਬਿਲਕੁਲ ਸਿੱਧ ਹੋ ਗਈ ਹੈ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈਗੀ ਹੈ ਉਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਤਈ ਨਹੀਂ ਹੈਗੀ। ਤਾਂ ਉਧਰ ਵਿਰੋਧੀ ਕੇਂਦਰ ਦੇ ਜਵਾਬ ਨੂੰ ਆਧਾਰ ਬਣਾਉਂਦੇ ਹੋਏ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ। ਅਸੀਂ ਤਾਂ ਕਿਹਾ ਹੀ ਨਹੀਂ, ਇਹ ਤਾਂ ਆਪਣੇ ਆਪ ਹੀ ਇਹਨਾਂ ਨੇ ਜਾ ਕੇ ਪਹਿਲਾਂ ਹਿਮਾਚਲ ਚ ਮਨ ਬਣਾਇਆ ਸੀ ਕਿ ओल्ड पेंशन स्कीम ਅਸੀਂ ਨੋਟੀਫਿਕੇਸ਼ਨ ਹਿਮਾਚਲ ਦੇ ਵਿੱਚ ਜਾ ਕੇ ਕਰਾਂਗੇ, ਫਿਰ ਹਿਮਾਚਲ ਤੋਂ ਬਦਲੇ ਫਿਰ ਇਹਨਾਂ ਦਾ ਇਰਾਦਾ ਸੀ ਗੁਜਰਾਤ ਚ ਕਰਾਂਗੇ ਨੋਟੀਫਿਕੇਸ਼ਨ। ਅੱਜ ਉਡੀਕ ਰਹੇ, ਇਹਨਾਂ ਨੇ ਤਾਂ ਲਾਹਾ ਲੈਣਾ ਸੀ, ਇਹਨਾਂ ਨੇ ਤਾਂ ਗੱਲ ਕਰਨੀ ਸੀ ਇਲੈਕਸ਼ਨਾਂ ਦੇ ਵਿੱਚ। ਔਰ ਮੈਨੂੰ ਨਹੀਂ ਲੱਗਦਾ, ਟੂ ਬੀ ਵੈਰੀ ਓਨੈਸਟ, ਮੈਨੂੰ ਉਮੀਦ ਨਹੀਂ ਹੈ ਕਿ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰ ਪਾਉਣਗੇ ਜਾਂ ਕਰਨਗੇ। ਮੁਲਾਜ਼ਮਾਂ ਦੇ ਨਾਲ ਠੱਗੀ ਮਾਰੀ ਜਾ ਰਹੀ। ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਸੀ ਉਹ ਵੀ ਸਾਰਾ ਜਾਲੀ ਨੋਟੀਫਿਕੇਸ਼ਨ ਸੀ, ਪਰ ਸਾਡੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤਾਂ ਕਰ ਦਿੱਤਾ, ਕੇਂਦਰ ਸਰਕਾਰ ਤੱਕ ਫਾਈਲ ਵੀ ਨਹੀਂ ਭੇਜੀ। ਇਹ ਵੀ ਅੱਜ ਜ਼ਿਕਰ ਜਿਹੜਾ ਪਾਰਲੀਮੈਂਟ ਦੇ ਵਿੱਚ ਹੋਇਆ। ਇਸ ਕਰਕੇ ਝੂਠ ਜਿਹੜਾ ਸਰਕਾਰ ਦਾ ਉਹ ਫੜਿਆ ਗਿਆ। ओल्ड पेंशन स्कीम नोटिफिकेशन जारी करता कि ਅਸੀਂ ਲਾਉਣ ਜਾ ਰਹੇ ਹਾਂ। ਹੁਣ ਲਾਉਣ ਦਾ ਵੇਲਾ ਆਇਆ ਤੇ ਅੱਜ ਕਹਿੰਦੇ ਨੇ ਕੇਂਦਰ ਸਰਕਾਰ ਨੇ ਪੈਸੇ ਨਹੀਂ ਦਿੱਤੇ, ਇਸ ਕਰਕੇ ਲਾਗੂ ਨਹੀਂ ਕਰ ਰਹੇ।
ਤੇ ਜਿਸ ਤਰ੍ਹਾਂ ਕਰਜ਼ਾ ਮਾਫੀ ਵਾਲਾ ਨੋਟੰਕੀ ਕੀਤੀ ਸੀ, ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ, ਇਸੇ ਤਰ੍ਹਾਂ ਹੁਣ ਫਿਰ ਨੋਟੰਕੀ ਕੀਤੀ। ਕਿਹੜੀ ਸਰਕਾਰ ਮੰਨਦੀ? ਇਹ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਔਰ ਨੋਟੰਕੀਬਾਜ਼ ਦੇ ਇਸ਼ਾਰਿਆਂ ਤੇ ਚੱਲ ਰਹੀ ਸਰਕਾਰ ਆ। ਜ਼ਿਕਰਯੋਗ ਹੈ ਕਿ ਦਸੰਬਰ 2003 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਖਤਮ ਕਰ ਦਿੱਤੀ ਗਈ ਸੀ ਤੇ ਅਪ੍ਰੈਲ 2004 ਦੇ ਵਿੱਚ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਸੀ ਤੇ ਐਨਪੀਐਸ ਦੇ ਵਿੱਚ ਪੰਜਾਬ ਦਾ ਜਮ੍ਹਾਂ ਫੰਡ 16,746 ਕਰੋੜ ਰੁਪਏ ਹੈ। ਤੇ ਹੁਣ ਸਵਾਲ ਹੈ ਕਿ ਕੇਂਦਰ ਦੇ ਇਨਕਾਰ ਤੋਂ ਬਾਅਦ ਮਾਨ ਸਰਕਾਰ ਓਪੀਐਸ ਕਿਵੇਂ ਲਾਗੂ ਕਰੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਜਿਸ ਮੁੱਦੇ ਉੱਤੇ ਗੱਲਬਾਤ ਹੋਏਗੀ, 올ਡ ਪੈਨਸ਼ਨ ਸਕੀਮ ਕੀ ਲਾਗੂ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਵੀ ਇਹ ਜਾਣਨ ਦੀ ਜ਼ਰੂਰਤ ਹੈ। ਬਹੁਤ ਸਾਰੇ EMPLOYEES ਇਸ ਨੂੰ ਲੈ ਕੇ ਦੁਚਿੱਤੀ ਦੇ ਵਿੱਚ ਹੋਣਗੇ, ਤਾਂ ਅੱਜ ਸਾਡੇ ਨਾਲ ਜੁੜੇ ਰਹੋ। ਪੋਲੀਟੀਕਲ ਪਾਰਟੀਆਂ ਦੇ ਆਗੂ ਸਾਡੇ ਨਾਲ ਹੋਣਗੇ, ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਹੋਏਗੀ। NPS ਕੀ ਹੈ ਉਹ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਦਰਅਸਲ ਜਿਹੜੀ ਬੇਸਿਕ ਪੇ ਤੇ DA ਮਿਲਦਾ ਉਸ ਦਾ 10% NPS ਦੇ ਵਿੱਚ ਜਾਂਦਾ ਹੈ ਤੇ NPS ਸਿਸਟਮ ਜੋ ਹੈ ਉਹ ਸ਼ੇਅਰ ਮਾਰਕੀਟ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਸਿਕਿਉਰ ਨਹੀਂ ਕਿਹਾ ਜਾਂਦਾ। ਇਸ ਦੇ ਵਿੱਚ 14% ਸਟੇਟ ਗਵਰਨਮੈਂਟ ਦਾ ਵੀ ਹਿੱਸਾ ਹੁੰਦਾ ਹੈ। ਤਾਂ NPS ਦੇ ਵਿੱਚ ਇੱਕ ਵੱਡੀ ਅਮਾਉਂਟ ਤਾਂ ਇਕੱਠੀ ਹੋਈ ਨਜ਼ਰ ਆ ਰਹੀ ਹੈ, ਕਰੀਬ 17,000 ਕਰੋੜ ਰੁਪਏ। ਤਾਂ ਉਹ ਉਸ ਦੀ ਡਿਮਾਂਡ ਕੀਤੀ ਜਾ ਰਹੀ ਹੈ ਸਟੇਟ ਗਵਰਨਮੈਂਟ ਦੇ ਵੱਲੋਂ। ਪੰਜਾਬ ਦਾ ਵੀ ਜ਼ਿਕਰ ਹੋ ਰਿਹਾ ਹੈ, ਉਧਰ ਰਾਜਸਥਾਨ, ਛੱਤੀਸਗੜ੍ਹ ਤੇ ਝਾਰਖੰਡ ਦਾ ਵੀ ਜ਼ਿਕਰ ਹੋ ਰਿਹਾ, ਪਰ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਨਹੀਂ, ਅਸੀਂ ਨਹੀਂ ਦਵਾਂਗੇ ਇਹ NPS ਬਾਰੇ। ਸਾਡੇ ਕੋਲ ਕੋਈ ਅਜਿਹੀ ਤਜਵੀਜ਼ ਨਹੀਂ ਹੈ ਕਿ ਅਸੀਂ ਸਟੇਟਸ ਨੂੰ ਵਾਪਸ ਕਰ ਦਈਏ ਜੋ ਅਮਾਉਂਟ ਦਾ ਉਹ ਜ਼ਿਕਰ ਕਰ ਰਹੇ ਨੇ। ਖੈਰ, ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਜੋ ਚਰਚਾ ਦੇ ਵਿੱਚ ਸ਼ਾਮਲ ਹੋਣਗੇ ਨੀਲ ਗਰਗ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਆਮ ਆਦਮੀ ਪਾਰਟੀ ਨੂੰ। ਗਰਗ ਸਾਹਿਬ ਬਹੁਤ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਸਵਾਗਤ ਹੈ। ਸਾਡੇ ਨਾਲ SS ਚੰਨੀ ਜੀ ਜੁੜ ਰਹੇ ਨੇ, BJP ਨੂੰ ਰਿਪਰੈਜ਼ੈਂਟ ਕਰਨਗੇ ਤੇ ਨਾਲ ਹੀ ਸਾਡੇ ਨਾਲ ਚਰਨਜੀਤ ਸਿੰਘ ਬਰਾੜ ਜੀ ਜੁੜ ਰਹੇ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਬਰਾੜ ਸਾਹਿਬ, ਚੰਨੀ ਜੀ, ਖੜਿਆਲ ਸਾਹਿਬ ਤੇ ਗਰਗ ਜੀ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ। ਮੈਂ ਸ਼ੁਰੂਆਤ ਕਰਦਾ ਹਾਂ ਕਿਉਂਕਿ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਕਰੀਬ 1,75,000 ਜਿਹੜੇ EMPLOYEES ਨੇ ਉਹਨਾਂ ਤੱਕ ਇਹ ਫਾਇਦਾ, ਜੇ OPS ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹਨਾਂ ਤੱਕ ਇਹ ਫਾਇਦਾ ਪਹੁੰਚ ਸਕਦਾ ਹੈ। ਕਾਬਿਲੇ ਗੌਰ ਇੱਥੇ ਇਹ ਵੀ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਇਹ OPS ਦੀਆਂ ਕੀ ਤਜਵੀਜ਼ਾਂ ਹੋਣਗੀਆਂ ਉਸ ਨੂੰ ਲੈ ਕੇ ਬਹੁਤ ਸਪਸ਼ਟਤਾ ਨਹੀਂ ਦਿੱਤੀ ਹੈ। OPS ਲਾਗੂ ਕਰਾਂਗੇ, ਇਹ ਕੈਬਨਿਟ ਦੇ ਵੱਲੋਂ ਮਨਜ਼ੂਰੀ ਜ਼ਰੂਰ ਦੇ ਦਿੱਤੀ ਗਈ ਸੀ, ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ। ਸ਼ੁਰੂਆਤ ਕਰਦੇ ਹਾਂ। ਗਰਗ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰ ਰਿਹਾ। ਅੱਜ ਸਰਕਾਰ ਹੈ ਆਮ ਆਦਮੀ ਪਾਰਟੀ ਦੀ, OPS ਨੂੰ ਲੈ ਕੇ ਲੋਕੀ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਬੈਠੇ ਨੇ। ਮੇਰਾ ਪਹਿਲਾ ਸਵਾਲ ਕਿ ਕੇਂਦਰ ਦਾ ਬਿਆਨ ਜੋ ਲੋਕ ਸਭਾ ਦੇ ਵਿੱਚ ਦਿੱਤਾ ਗਿਆ, ਇੱਕ ਸਵਾਲ ਦੇ ਜਵਾਬ ਦੇ ਵਿੱਚ, ਕਿ OPS ਦੀਆਂ ਕੋਸ਼ਿਸ਼ਾਂ ਨੂੰ ਪੰਜਾਬ ਸਰਕਾਰ ਇਸ ਨੂੰ ਝਟਕਾ ਮੰਨਦੀ ਹੈ ਕਿ ਇਹ ਸੈਂਟਰ ਦੇ ਵੱਲੋਂ ਜੋ ਜਵਾਬ ਦੇ ਦਿੱਤਾ ਗਿਆ ਇਹ ਇੱਕ OPS ਦੇ ਲਈ ਝਟਕਾ ਹੈ? ਗੌਰਵ ਜੀ, ਤੁਸੀਂ ਆਪਣੇ ਓਪਨਿੰਗ ਰਿਮਾਰਕਸ ਵੀ ਦਿੱਤੇ, ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਬਾਈਟਸ ਵੀ ਸੁਣੀਆਂ ਜੀ। ਅੱਜ ਦੀ ਜਿਹੜੀ ਇਸ ਡਿਬੇਟ ਦਾ ਕੇਂਦਰ ਬਿੰਦੂ ਬੇਸਿਕਲੀ ਜਾਂ ਡਿਬੇਟ ਕਿਉਂ ਕਰਨੀ ਪੈ ਰਹੀ ਹੈ, ਉਹ ਡਿਬੇਟ ਇਸ ਕਰਕੇ ਕਰਨੀ ਪੈ ਰਹੀ ਹੈਗੀ ਹੈ ਕਿ ਕੇਂਦਰ ਦੀ ਸਰਕਾਰ ਨੇ ਅੱਜ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਜਵਾਬ ਦਿੱਤਾ ਕਿ ਅਸੀਂ ਜਿਹੜੀ OPS ਨੂੰ ਲਾਗੂ ਨਹੀਂ ਕਰ ਰਹੇ ਔਰ ਨਾ ਹੀ NPS ਦਾ ਜਿਹੜਾ ਪੈਸਾ ਹੈਗਾ ਸੰਬੰਧਿਤ ਸੂਬਿਆਂ ਨੂੰ ਦੇ ਰਹੇ ਆ। ਕਿਉਂਕਿ ਜਿਸ ਤਰੀਕੇ ਨਾਲ ਝਾਰਖੰਡ, ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਇਹ ਪ੍ਰਪੋਜ਼ਲ ਗਈ ਹੋਈ ਸੀ, ਲੇਕਿਨ ਜਦੋਂ ਮੈਂ ਆਪਣੇ ਵਿਰੋਧੀਆਂ ਨੂੰ ਸੁਣ ਰਿਹਾ ਸੀ ਤੇ ਉਹਦਾ ਠੀਕਰਾ ਆਮ ਆਦਮੀ ਪਾਰਟੀ ਦੇ ਉੱਤੇ ਜਾਨੀ ਕਿ ਸੁੱਟ ਰਹੇ ਨੇ ਕਿ ਜਿਹੜੀ OPS ਦੀ ਸਕੀਮ ਹੈ ਉਹ ਆਮ ਆਦਮੀ ਪਾਰਟੀ ਲਾਗੂ ਨਹੀਂ ਹੋ ਰਹੀ। ਪਰ ਤੁਸੀਂ ਸਿਆਸਤ ਦਾ ਲੈਵਲ ਜਿਹੜਾ ਉਹ ਦੇਖ ਲਓ, ਇੱਕ ਬੰਨੇ ਜਿਹੜਾ ਪੈਸਾ ਉਹ ਕੇਂਦਰ ਸਰਕਾਰ ਰੋਕ ਰਿਹਾ ਔਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਉੱਤੇ। ਅਸੀਂ 18 ਨਵੰਬਰ ਨੂੰ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਸਾਰੀ ਪ੍ਰਪੋਜ਼ਲ ਬਣ ਰਹੀ ਹੈ, ਟੋਟਲ 24 ਦਿਨ ਹੋਏ ਨੇ, ਪੂਰਾ ਪ੍ਰੋਸੈਸ ਕੰਪਲੀਟ ਕਰਕੇ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੇਜਿਆ ਜਾਏਗਾ। ਲੇਕਿਨ ਸਵਾਲ ਤੇ ਇਹ ਪੈਦਾ ਹੁੰਦਾ ਹੈ ਕਿ ਕੇਂਦਰ ਸਰਕਾਰ ਜਿਹੜਾ ਅੱਜ ਲੀਡਰਸ਼ਾਹੀ ਦੇ ਉੱਤੇ ਚੱਲ ਰਿਹਾ ਹੈਗਾ, ਮੁਲਾਜ਼ਮਾਂ ਦਾ ਪੈਸਾ ਹੈ, ਸੂਬਾ ਸਰਕਾਰਾਂ ਦਾ ਪੈਸਾ ਹੈ, ਉਹ ਕੇਂਦਰ ਸਰਕਾਰ ਕਿਵੇਂ ਰੋਕ ਸਕਦਾ ਹੈਗਾ ਕਿ ਜੇ ਹੁਣ ਮੁਲਾਜ਼ਮ ਪੂਰੇ ਹਿੰਦੁਸਤਾਨ ਦੇ ਮੁਲਾਜ਼ਮ ਚਾਹੁੰਦੇ ਆ ਕਿ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਜਿਨ੍ਹਾਂ ਦਾ ਪੈਸਾ ਉਹ ਆਪਣਾ ਪੈਸਾ ਮੰਗ ਰਹੇ ਨੇ, ਉਹਨੂੰ ਕੋਈ ਜਿਹੜਾ ਹੈਗਾ ਉਹ ਕਿਵੇਂ ਰੋਕ ਸਕਦਾ? ਨੰਬਰ 1। ਨੰਬਰ 2, ਹੁਣ ਕਈ ਰਾਜਾਂ ਦੇ ਵਿੱਚ ਇਸ ਨੂੰ 3 ਰਾਜਾਂ ਨੇ ਜਿੱਦਾਂ ਲੈਟਰ ਲਿਖਿਆ
ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਉਧਰੋਂ ਜਿੱਦਾਂ ਹਿਮਾਚਲ ਦੇ ਵਿੱਚ ਕਾਂਗਰਸ ਸਰਕਾਰ ਨੇ ਵੀ ਇਹ ਲੋਕਾਂ ਨਾਲ ਵਾਅਦਾ ਕੀਤਾ ਹੋਇਆ, ਉੱਥੋਂ ਦੇ ਮੁੱਖ ਮੰਤਰੀ ਨੇ ਪਹਿਲਾ ਬਿਆਨ ਇਹ ਜਾਰੀ ਕੀਤਾ ਹੈਗਾ, ਅਸੀਂ ਪੁਰਾਣੀ ਪੈਨਸ਼ਨ ਸਕੀਮ ਨੂੰ ਜਿਹੜਾ ਹੈਗਾ ਉਹ ਲਾਗੂ ਕਰਾਂਗੇ। ਇਹਦਾ ਮਤਲਬ ਇਹ ਲੋਕ ਮੁੱਦਾ ਤਾਂ ਬਣ ਗਿਆ, ਭਾਵੇਂ ਕੇਂਦਰ ਸਰਕਾਰ ਜਿੱਡੀ ਮਰਜ਼ੀ ਹਿਟਲਰਸ਼ਾਹੀ ਹੈਗੀ ਹੈ, ਪਰ ਇਹ ਵੀ ਤੱਥ ਹੈਗੀ ਹੈ ਕਿ ਜਦੋਂ ਆਮ ਲੋਕਾਂ ਦੇ ਵਿੱਚ ਜਾ ਕੇ ਉਹ ਮੁੱਦਾ ਬਣ ਜਾਂਦਾ ਹੈਗਾ ਕਿ ਜਦੋਂ ਸਾਰੇ ਵਿਰੋਧੀ ਜਿਹੜੀ ਕਿ ਰਲ ਕੇ ਜਿਹੜੇ ਇਹਨੂੰ ਲਾਗੂ ਕਰਨਾ ਚਾਹੁੰਦੇ ਆ, ਜੋ ਕੋਈ ਸਿਆਸਤ ਕਰਨਾ ਚਾਹੁੰਦਾ ਗੱਲ ਵੱਖਰੀ ਹੈ, ਜਿਹੜੇ ਇਹਨੂੰ ਲਾਗੂ ਕਰਨਾ ਚਾਹੁੰਦੇ ਆ। ਮੈਂ ਥੋੜਾ ਜਿਹਾ ਐਲੈਬੋਰੇਟ ਕਰਾਂ ਤੁਹਾਡੇ ਸਟੇਟਮੈਂਟ ਨੂੰ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਰੇਡੀਓ ਓਪੀਐਸ ਵਾਸਤੇ ਸੈਂਟਰ ਅੜਿੱਕਾ ਪਾ ਰਿਹਾ ਹੈ, ਕਲੀਅਰ ਇਹੀ ਕਹਿਣਾ ਚਾਹੁੰਦੇ? ਹਾਂ, ਮੈਂ ਇਹੀ ਗੱਲ ਤੇ ਆ ਰਿਹਾ। ਪਹਿਲੀ ਗੱਲ ਤਾਂ ਹੈਗਾ ਕਿ ਜਦੋਂ ਅਸੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਦੱਸਦਾ ਕਿ ਅਸੀਂ ਰੈਡੀ ਹਾਂ ਔਰ ਅਸੀਂ ਲਾਗੂ ਕਰਾਂਗੇ। ਉਹਦੇ ਚ ਸਾਨੂੰ ਕੋਈ ਮੰਨ ਲਓ ਜੇ ਕੇਂਦਰ ਅੜਿੱਕਾ ਡਾਉਂਦਾ ਵੀ ਹੈ, ਚਾਹੇ ਸਾਨੂੰ ਕਾਨੂੰਨੀ ਅਖਤਿਆਰ ਕੋਈ ਰਸਤਾ ਅਪਣਾਉਣਾ ਪਵੇ, ਚਾਹੇ ਸਾਨੂੰ ਜਿਸ ਮਰਜ਼ੀ ਲੈਵਲ ਤੇ ਜਾ ਕੇ ਵਿਰੋਧ ਕਰਨਾ ਪਵੇ, ਜਾਂ ਜੇ ਸਪੋਜ਼ ਕਰੋ ਵੱਧ ਤੋਂ ਵੱਧ ਕੀ ਹੈ ਕੇਂਦਰ ਸਰਕਾਰ ਦੇ ਨਾਲ ਕਾਨੂੰਨੀ ਲੜਾਈ ਲੰਬੀ ਹੋ ਸਕਦੀ ਹੈ। ਵੈਸੇ ਤਾਂ ਮੈਨੂੰ ਪੂਰੀ ਉਮੀਦ ਹੈ 2024 ਦੇ ਇਲੈਕਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਮੰਨਣਾ ਪਏਗਾ, ਕਿਉਂਕਿ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਆਵਾਜ਼ ਇਹ ਬਣ ਰਹੀ ਹੈਗੀ ਹੈ। ਅਦਰਵਾਈਜ਼ ਅਸੀਂ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਠੀਕ ਹੈ ਗਰਗ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਡਿਬੇਟ ਕਰਨੀ ਪੈ ਰਹੀ ਹੈ ਕਿਉਂਕਿ ਐਨਪੀਐਸ ਦਾ ਪੈਸਾ ਨਹੀਂ ਦੇਗੀ ਕੇਂਦਰ ਦੀ ਸਰਕਾਰ, ਇੱਕ ਜਵਾਬ ਦੇ ਵਿੱਚ ਕਿਹਾ ਗਿਆ। ਇਹ ਡਿਬੇਟ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਤੁਸੀਂ ਓਪੀਐਸ ਵਾਲਾ ਇੱਕ ਸੁਪਨਾ ਜ਼ਰੂਰ ਦਿਖਾਇਆ ਹੈ ਪੰਜਾਬ ਦੇ EMPLOYEES ਨੂੰ, ਤਾਂ ਉਸ ਦੇ ਵਿੱਚੋਂ ਐਨਪੀਐਸ ਵਾਲਾ ਪੈਸਾ ਹੈ ਨਹੀਂ ਹੈ, ਉਹ EMPLOYEES ਨੂੰ ਅਜੇ ਸ਼ਾਇਦ ਸਮਝਣ ਨੂੰ ਥੋੜਾ ਟਾਈਮ ਲੱਗੇਗਾ ਕਿ ਉਸ ਤੋਂ ਬਿਨਾ ਹੋ ਸਕਦਾ ਕਿ ਨਹੀਂ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਚੰਨੀ ਜੀ ਦਾ ਰੁਖ ਕਰਦਾ, ਬੀਜੇਪੀ ਤੋਂ ਸਾਡੇ ਨਾਲ ਨੇ। ਚੰਨੀ ਜੀ ਦੇਖੋ, ਸਿੱਧੀ ਗੱਲ ਇਸ ਸਮੇਂ ਸਟੇਟ ਗਵਰਨਮੈਂਟ ਜਾਂ ਉਹਨਾਂ ਦੇ ਨੁਮਾਇੰਦੇ ਕਹਿ ਰਹੇ ਨੇ ਪੰਜਾਬ ਦੇ EMPLOYEES ਦਾ ਪੈਸਾ ਹੈ, ਪੰਜਾਬ ਦੀ ਸਰਕਾਰ ਦੇ ਹਿੱਸੇ ਦਾ ਪੈਸਾ ਹੈ, ਉਹ ਐਨਪੀਐਸ ਸਕੀਮ ਦੇ ਤਹਿਤ ਇੱਕ ਜਮਾ ਹੈ ਸੈਂਟਰ ਦੇ ਕੋਲ। ਤੁਸੀਂ ਰੋਕਣ ਵਾਲੇ ਕੌਣ ਹੁੰਦੇ ਹੋ? ਜੇ ਸਟੇਟ ਨੂੰ ਚਾਹੀਦਾ ਤਾਂ ਵਾਪਸ ਕਰੋ। ਸਟੇਟ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਇੱਥੇ ਓਪੀਐਸ ਲਾਗੂ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਅੜਿੱਕਾ ਪਾ ਰਹੇ ਹੋ। ਗੌਰਵ ਜੀ, ਗੱਲ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਆਨਰੇਬਲ ਪ੍ਰਾਈਮ ਮਿਨਿਸਟਰ ਗੱਲ ਕਰ ਰਹੇ ਨੇ ਕਿ ਸਾਨੂੰ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰਨੀ ਚਾਹੀਦੀ ਹੈ। ਜਿਹੜਾ ਅਸੀਂ ਪੋਪੂਲਿਜ਼ਮ ਦੇ ਵਿੱਚ ਆ ਗਏ ਕਿ ਸਰਕਾਰਾਂ ਪੋਪੂਲਿਜ਼ਮ ਚ ਆ ਗਈਆਂ ਵੀ ਇਕਨੋਮੀ ਜਾਵੇ ਠੱਠੇ ਖੂਹ ਚ, ਰਾਜ ਜਾਵੇ ਠੱਠੇ ਖੂਹ ਚ, ਤੇ ਸਾਨੂੰ ਵਨ ਵੇ ਔਰ ਦੀ ਅਦਰ ਸਾਡੇ ਹੱਥ 'ਚ ਪਾਵਰ ਆਣੀ ਚਾਹੀਦੀ ਹੈ ਜੀ। ਤੇ ਜਿਸ ਤਰ੍ਹਾਂ ਅਸੀਂ ਫ੍ਰੀ ਬੀਜ ਵੰਡੀ ਜਾ ਰਹੇ ਹਾਂ, ਪੈਸਾ ਤਾਂ ਲੋਕਾਂ ਨੂੰ ਨਹੀਂ ਸਮਝ ਆਉਣ ਦਿੰਦੇ ਵੀ ਇਹ ਮਤਲਬ ਇਹ ਘਰੋਂ ਤਾਂ ਕੋਈ ਦਿੰਦਾ ਨਹੀਂ। ਚਾਹੇ ਕੋਈ ਫ੍ਰੀ ਬੀਜ ਜਿੰਨੀਆਂ ਵੀ ਹੈਗੀਆਂ ਨੇ, ਚਾਹੇ ਆਪਾਂ ਜਿੰਨੀਆਂ, ਚਾਹੇ ਉਹ ਬਿਜਲੀ ਕਹਿ ਲਓ, ਚਾਹੇ ਤੁਸੀਂ ਉਹਦਾ 1000 ਰੁਪਇਆ ਔਰਤ ਨੂੰ ਕਹਿ ਲਓ, ਇਹ ਸਾਰਾ ਸਿਰਫ ਪਾਵਰ ਨੂੰ ਹਥਿਆਉਣ ਦੇ ਕੰਡੇ ਨੇ, ਹੋਰ ਕੁਛ ਨਹੀਂ ਹੈ। ਇਹ ਸਾਰੇ ਕੰਡੇ ਮੈਂ ਤੁਹਾਨੂੰ ਦੱਸ ਦਿੰਦਾ। ਇਕਨੋਮੀ ਦੀ ਕੋਈ ਗੱਲ ਨਹੀਂ। ਜਿਹੜੀ ਇਹ ਐਨਪੀਐਸ ਹੈਗੀ ਹੈ, ਇਹਦੇ ਬਾਰੇ ਪਹਿਲਾਂ ਜਿਹੜੀ ਹੈਗੀ ਹੈ ਇਹ ਐਨਡੀਏ ਨੇ ਵਿਚਾਰ ਕੀਤਾ ਸੀ ਜੀ, ਫਿਰ ਇਹ ਲਾਗੂ ਕੀਤੀ 2004 ਤੋਂ ਯੂਪੀਏ ਨੇ। ਇਹ ਇੱਕ ਨੈਸ਼ਨਲ ਲੈਵਲ ਦਾ ਜਿਹੜਾ ਸੀਗਾ ਫੈਸਲਾ ਕਿ ਜਿਹੜੀ, ਕਿਉਂਕਿ ਪੋਸਟ ਰਿਟਾਇਰਮੈਂਟ ਲੋਕਾਂ ਦੀ ਉਮਰ ਵੱਧ ਗਈ ਹੈ, ਸਾਡੀ ਏਜ ਸਪੈਨ ਵੱਧ ਗਿਆ ਹੈਗਾ, ਤੇ ਸੈਲਰੀ ਬਿੱਲ ਦੇ ਨਾਲ ਸਾਡਾ ਪੈਨਸ਼ਨ ਬਿੱਲ ਵੱਧ ਰਿਹਾ ਹੈਗਾ, ਤੇ ਕਿਉਂ ਨਾ ਅਸੀਂ ਇੱਕ ਇਹੋ ਜਿਹੀ ਸਕੀਮ ਚਲਾਈਏ ਜਿਹਦੇ ਨਾਲ ਇਹ ਜਿਹੜਾ ਫੰਡ ਕੀਤਾ ਐਨਪੀਐਸ ਦਾ, ਜਿਹੜਾ ਪੈਨਸ਼ਨ ਫੰਡ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਬਣਾਤੀ, ਕਿ ਉਹ ਉਦੋਂ ਹਰ ਸਟੇਟ ਨੇ ਮਤਲਬ ਧੱਕੇ ਨਾਲ ਉਹਨੂੰ ਆਪਟ ਕੀਤਾ ਔਰ ਸਮਝਿਆ ਇਸ ਗੱਲ ਨੂੰ। ਜੇ ਆਪਾਂ ਮੌਂਟੇ ਕਾਲੂ ਵਾਲੀ ਦੀ ਰਿਪੋਰਟ ਦੇਖ ਲਈਏ ਤੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ, ਹੁਣ ਤੁਸੀਂ ਹਿਮਾਚਲ ਦੀ ਗੱਲ ਕਰ ਲਓ, ਤੇ ਉਹਨਾਂ ਕੋਲੇ ਜਿੰਨਾ ਸਰਮਾਇਆ ਹੈਗਾ ਉਹਦੇ ਵਿੱਚੋਂ 94% ਸਰਮਾਇਆ 6% ਐਮਪਲਾਈਜ਼ ਵਾਸਤੇ ਜਾ ਰਿਹਾ। ਮਤਲਬ ਸਾਨੂੰ ਸਿਰਫ ਪਾਵਰ ਹਥਿਆਉਣ ਤੋਂ ਬਿਨਾਂ ਕੋਈ ਸਾਡਾ ਕੋਲ ਕੋਈ ਹੋਰ ਸਾਡਾ ਢੰਗ ਤਰੀਕਾ ਨਹੀਂ ਹੈਗਾ। ਅਸੀਂ ਲੋਕਾਂ ਨੂੰ ਬੁੱਧੂ ਕਿਵੇਂ ਬਣਾਉਣਾ, ਤੇ ਇਹ ਜਿਹੜਾ ਫੰਡ ਹੈਗਾ ਇਹ ਉਹਦੇ ਵਿੱਚ ਇਨਵੈਸਟਡ ਹੈਗਾ। ਜਿਹੜਾ ਇਨਵੈਸਟਡ ਫੰਡ ਹੁੰਦਾ ਹੈ ਉਹਦੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਨੇ, ਔਰ ਉਹ ਏਦਾਂ ਕਿਸੇ ਦੀ ਮਰਜ਼ੀ ਦੇ ਨਾਲ ਨਹੀਂ ਕੱਢਿਆ ਜਾ ਸਕਦਾ। ਔਰ ਅੱਜ ਦਾ ਉਹਨਾਂ ਨੇ ਫਾਰਮਲ ਰਿਪਲਾਈ ਦੇਤਾ ਹੈਗਾ ਆਪਣੇ ਲੋਕ ਸਭਾ ਦੇ ਵਿੱਚ। ਨਹੀਂ, ਤੁਸੀਂ ਫ੍ਰੀ ਬੀਜ ਵਾਲੇ ਪਾਸੇ ਤੁਸੀਂ ਐਕਚੁਅਲੀ ਚੰਨੀ ਜੀ ਦੋਵੇਂ ਤਿੰਨੇ ਚੀਜ਼ਾਂ ਨੂੰ ਇਕੱਠਾ ਕਰ ਲਿਆ। ਉਹ ਚਾਹੇ ਹੁਣ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਹੋਵੇ, ਜਾਂ ਫਿਰ ਫ੍ਰੀ ਯੂਨਿਟ ਵਾਲੀ ਗੱਲ ਹੋਵੇ, ਜਾਂ ਫਿਰ ਪੈਨਸ਼ਨ ਸਕੀਮ ਦੀ ਗੱਲ ਹੋਵੇ, ਇਹ ਤੁਹਾਨੂੰ ਨਹੀਂ ਲੱਗਦਾ ਕਿ ਅਲੱਗ-ਅਲੱਗ ਨੇ? ਇਹ ਫ੍ਰੀ ਬੀਜ ਤੁਹਾਨੂੰ ਓਪੀਐਸ ਫ੍ਰੀ ਬੀਜ ਲੱਗ ਰਿਹਾ? ਨਹੀਂ, ਤੁਸੀਂ ਮੇਰੀ ਗੱਲ ਨਹੀਂ, ਮੈਂ ਕਲੈਰੀਫਾਈ ਕਰਦਾ। ਗੱਲ ਇਹ ਹੈਗੀ ਹੈ ਕਿ ਅਸੀਂ ਸਿਰਫ ਲੋਕਾਂ ਨੂੰ ਮਗਰ ਲਾਉਣ ਵਾਸਤੇ, ਉਹਨਾਂ ਨੂੰ ਆਪਣੀ ਪਾਵਰ ਦੇ ਹੱਥ ਕੰਡੇ ਦਿਖਾ ਕੇ ਹਥਿਆਉਣ ਵਾਸਤੇ ਅਸੀਂ ਇਹ ਕੰਮ ਕਰਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਚੀਜ਼ ਤੁਸੀਂ ਅਫੋਰਡ ਨਹੀਂ ਕਰਦੇ, ਤੁਸੀਂ ਉਹ ਪ੍ਰੋਮਿਸ ਕਿਉਂ ਕਰਦੇ? ਜਿਹੜੀ ਤੁਸੀਂ ਅਫੋਰਡ ਨਹੀਂ ਕਰਦੇ ਜਾਂ ਲੋਕਾਂ ਨੇ ਮੰਗੀ ਨਹੀਂ, ਹੁਣ ਤੁਸੀਂ ਇਹ ਦੇਖੋ, ਕਿਸੇ ਔਰਤ ਨੇ, ਪੰਜਾਬ ਦੀ ਨੇ ਕਿਹਾ ਸੀ ਵੀ ਸਾਨੂੰ 1000 ਰੁਪਏ ਦੀ ਪੈਨਸ਼ਨ ਲਾ ਦਿਓ,
ਔਰ ਇਹੀ ਇਹਨਾਂ ਨੇ ਮੈਂ ਉਹੀ ਬਾਰ-ਬਾਰ ਕਹਿ ਰਿਹਾ ਸਰ, ਤੁਸੀਂ ਉਸੇ ਪੁਆਇੰਟ ਦੇ ਉੱਤੇ ਪਹੁੰਚ ਗਏ। ਮੈਂ ਓਪੀਐਸ ਦੇ ਉੱਤੇ ਰਹਿਣਾ ਚਾਹ ਰਿਹਾ ਕਿ ਓਪੀਐਸ ਤਾਂ ਲੋਕਾਂ ਦੀ ਮੰਗ ਹੈ ਨਾ ਸਰ, ਕਿੰਨਾ ਸਿਕਿਉਰ ਫੀਲ ਕਰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਸਮੇਂ ਜਿਹੜੇ ਪੈਨਸ਼ਨ ਵਾਲੇ ਬਜ਼ੁਰਗ ਬੈਠੇ ਨੇ, ਤਾਂ ਉਹਨਾਂ ਨੂੰ ਬਜ਼ੁਰਗਾਂ ਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ, ਮੇਰੇ ਕੋਲ ਮੇਰੀ ਪੈਨਸ਼ਨ ਆ ਰਹੀ ਹੈ ਤੇ ਮੈਂ ਇੱਕ ਫ੍ਰੀ ਜ਼ਿੰਦਗੀ ਆਫਟਰ ਰਿਟਾਇਰਮੈਂਟ ਜੀ ਸਕਦਾ। ਦੇਖੋ ਮੈਂ ਓਪੀਐਸ ਤੇ ਆ ਜਾ, ਗੱਲ ਇਹ ਹੈਗੀ ਹੈ ਕਿ ਜਿਹੜੀ ਓਪੀਐਸ ਸੀਗੀ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਸੀਗੀ EMPLOYEES ਦੀ, ਤੇ ਜਿਹੜੀ ਤੁਹਾਡੀ ਸੈਲਰੀ ਸੀਗੀ ਬੇਸਿਕ ਉਹਦਾ 50% ਤੁਹਾਨੂੰ ਪੈਨਸ਼ਨ ਦਾ ਮਿਲਦਾ ਸੀ। ਬਿਲਕੁਲ। ਪਰ ਜਦੋਂ ਇੱਕ ਸੈਂਟਰਲ ਲੈਵਲ ਤੇ ਵਿਦ ਦੀ ਕੰਸੈਂਟ ਆਫ ਸਟੇਟਸ, ਵਿਦ ਦੀ ਐਗਰੀਮੈਂਟ ਆਫ ਸਟੇਟਸ, ਫਿਰ ਤਾਂ ਸਾਡੀ ਕਿਸੇ ਦੀ ਲੀਗਲ ਬਾਈਂਡਿੰਗ ਦੀ ਕੋਈ ਕਦਰ ਹੀ ਨਹੀਂ ਰਹੀ ਵੀ ਅਸੀਂ ਜਦੋਂ ਜੀ ਕਰਤਾ ਵਾਪਸ ਆ ਜਾਓ ਜੀ। ਹੁਣ ਇਹਨਾਂ ਦੇ ਹੋਰ ਗੇਮਸ ਮੈਂ ਉਹਦੇ ਅੱਗੇ ਆ ਕੇ ਦੱਸਦਾ ਹੈਗਾ। ਇਹ ਇੱਕ ਜਿਹੜੀ ਐਨਪੀਐਸ ਦੀ ਸਕੀਮ ਉਸ ਤੋਂ ਬਾਅਦ 1/4/2004 ਨੂੰ ਲਾਗੂ ਹੋਈ, 18 ਸਾਲ ਲਾਗੂ ਹੋਈ ਨੂੰ ਹੋ ਗਏ। 18 ਸਾਲਾਂ ਦੇ ਵਿੱਚ ਭਰਤੀ ਤਾਂ ਹੋ ਰਹੀ ਹੈ, ਆਈਪੀਐਸ, ਆਈਏਐਸ, ਲਾਈਟ ਸਰਵਿਸਿਜ਼, ਫਿਰ ਸੈਂਟਰ ਦੀਆਂ, ਫਿਰ ਪੰਜਾਬ ਆਪਣੇ ਸਟੇਟ ਦੀਆਂ ਸਭ ਸਾਰੀਆਂ ਹੋ ਰਹੀਆਂ ਨੇ। ਕਿਸੇ ਬੰਦੇ ਨੂੰ ਕੋਈ ਤਕਲੀਫ ਨਹੀਂ। ਜੇ ਬੰਦੇ ਨੂੰ ਕੋਈ ਟਰਮਸ ਐਂਡ ਕੰਡੀਸ਼ਨ ਐਕਸੈਪਟੇਬਲ ਹੁੰਦੀਆਂ ਨੇ ਤਾਂ ਉਹ ਤਾਂ ਸਰਵਿਸ ਜੁਆਇਨ ਕਰਦਾ, ਨਹੀਂ ਤਾਂ ਪ੍ਰਾਈਵੇਟ ਸੈਕਟਰ ਵੀ ਜਾ ਸਕਦਾ, ਕਿਤੇ ਵੀ ਹੋਰ ਜਾ ਸਕਦਾ। ਹੁਣ ਇਹਨਾਂ ਨੇ ਇੱਕ ਬਜਾਏ ਕਿ ਇਕਨੋਮਿਕ ਇਸ਼ੂ ਐਜ਼ ਇਕਨੋਮਿਕ ਇਸ਼ੂ ਕੰਸੀਡਰ ਕਰਨ, ਇਹਨਾਂ ਨੇ ਇੱਕ ਪਪੂਲਿਜ਼ਮ ਬਣਾ ਲਿਆ। ਠੀਕ ਹੈ, ਇਸ ਚੀਜ਼ ਦੇ ਨਾਲ ਵੀ ਕੁਝ ਪਾਰਟ ਆਫ ਵੋਟਾਂ ਦਾ ਸਾਡੇ ਕੋਲ ਆ ਸਕਦਾ। ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ, ਤੁਹਾਡਾ ਪੁਆਇੰਟ ਆ ਗਿਆ। ਦੇਖੋ ਅਜੇ ਮੈਂ ਬਹੁਤ ਕਲੀਅਰ ਨਹੀਂ ਜਿਹੜੀ ਤੁਸੀਂ ਇਸ ਸਮੇਂ ਤਰਕ ਦੇ ਰਹੇ ਹੋ, ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਡਿਮਾਂਡ ਹੀ ਨਹੀਂ ਕਰ ਰਿਹਾ ਓਪੀਐਸ ਦੀ, ਬਸ ਗੱਲਾਂ ਪੋਲੀਟੀਕਲ ਪਾਰਟੀਆਂ ਆਪਣੇ ਫਾਇਦੇ ਦੇ ਲਈ ਕਰ ਰਹੀਆਂ ਨੇ। ਗਰਗ ਸਾਹਿਬ ਜਵਾਬ ਦਿਓ ਛੋਟਾ ਜਿਹਾ, ਇੱਕੋ ਹੀ ਤੁਹਾਡਾ ਆਨਸਰ ਜ਼ਰੂਰ। ਮੈਂ ਉਸ ਤੋਂ ਬਾਅਦ ਖੜਿਆਲ ਜੀ ਔਰ ਬਰਾੜ ਸਾਹਿਬ ਦਾ ਰੁਖ ਕਰਦਾ। ਮੈਂ ਚੰਨੀ ਸਾਹਿਬ ਨੇ ਪੁੱਛਣਾ ਚਾਹੁੰਦਾ, ਇਹ ਕਹਿੰਦੇ ਨੇ ਕਿ 18 ਸਾਲਾਂ 'ਚ ਬਹੁਤ ਸਾਰੇ EMPLOYEE ਭਰਤੀ ਹੋਏ, ਕੀ ਤੁਸੀਂ ਉਹਨਾਂ EMPLOYEE ਨੂੰ ਇਹ ਆਪਸ਼ਨ ਦਿੱਤੀ ਕਿ ਤੁਸੀਂ ਨਵੀਂ ਪੈਨਸ਼ਨ ਸਕੀਮ ਜਾਨੀ ਕਿ ਚਾਹੁੰਦੇ ਹੋ ਜਾਂ ਪੁਰਾਣੀ ਪੈਨਸ਼ਨ ਸਕੀਮ ਚਾਹੁੰਦੇ ਹੋ? ਫਿਰ ਤੇ ਅਸੀਂ ਕਹਿ ਸਕਦੇ ਕੋਈ ਡਿਮਾਂਡ ਨਹੀਂ ਕਰਦਾ। ਔਰ ਨੰਬਰ 1, ਨੰਬਰ 2 ਤੇ ਮੈਂ ਇਹਨਾਂ ਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦਾ। ਫ੍ਰੀ ਵੀ ਦੀ ਗੱਲ ਕਰ ਰਹੇ ਨੇ, ਪੈਸੇ ਦੀ ਇਕਨੋਮੀ ਦੀ ਗੱਲ ਕਰ ਰਹੇ ਨੇ। ਨੀਤੀ ਆਯੋਗ ਦਾ ਮੈਂਬਰ ਕੁਝ ਦਿਨ ਪਹਿਲਾਂ ਇਹ ਕਹਿ ਰਿਹਾ ਹੈ ਕਿ ਜੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੇ ਆ ਤਾਂ ਉਹਦੇ ਨਾਲ ਵਿੱਤੀ ਬੋਝ ਜਿਹੜਾ ਉਹ ਵੱਧ ਜਾਏਗਾ। ਮੈਂ ਇੱਕ ਸਵਾਲ ਇਹਨਾਂ ਨੂੰ ਕਰਦਾ, ਇੱਕ ਆਰਟੀਆਈ ਦੀ ਇਨਫੋਰਮੇਸ਼ਨ ਹੈ, ਕੋਈ ਕਿਸੇ ਦੀ ਜ਼ਬਾਨੀ ਕਲਾਮੀ ਇਨਫੋਰਮੇਸ਼ਨ ਨਹੀਂ ਹੈ। ਪਿਛਲੇ 8 ਸਾਲਾਂ 'ਚ ਕਾਰਪੋਰੇਟ ਦਾ 10.5 ਲੱਖ ਕਰੋੜ ਰੁਪਈਆ ਜਿਹੜਾ ਉਹ ਮਾਫ ਕਰ ਦਿੱਤਾ ਜਾਂਦਾ ਹੈ। ਕੀ ਉਹ ਮੋਦੀ ਸਾਹਿਬ ਜਾਂ ਅਮਿਤ ਜੀ ਉਹ ਘਰੋਂ ਲੈ ਕੇ ਆਏ ਸੀ? ਉਹ ਵੀ ਲੋਕਾਂ ਦਾ ਹੀ ਪੈਸਾ ਹੈਗਾ, ਕਾਰਪੋਰੇਟ ਨੂੰ ਦੇਣ ਵਾਸਤੇ ਤੁਹਾਡੇ ਕੋਲੇ ਪੈਸਾ ਹੈਗਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆ ਗਿਆ, ਵੈਲਿਡ ਪੁਆਇੰਟ ਹੈ ਕਿ ਜੇ ਵੱਡੇ ਕਾਰਪੋਰੇਟਸ ਦਾ ਕੋਈ ਪੈਸਾ ਮਾਫ ਹੋ ਸਕਦਾ ਤਾਂ ਫਿਰ EMPLOYEES ਵਾਰੀ ਕਿਉਂ ਕਿੰਤੂ ਪ੍ਰੰਤੂ ਹੋਣ ਲੱਗ ਜਾਂਦਾ। ਚੰਨੀ ਥੋੜਾ ਵੇਟ ਕਰਿਓ, ਆਪਾਂ ਸਾਰੇ ਮਹਿਮਾਨਾਂ ਨੂੰ ਇੱਕ ਵਾਰੀ ਐਡ ਕਰ ਲਈਏ, ਉਸ ਤੋਂ ਬਾਅਦ ਮੈਂ ਰੁਕ ਕਰਦਾ। ਮੈਂ ਖੜਿਆਲ ਜੀ ਦਾ ਰੁਕ ਕਰਦਾ। ਖੜਿਆਲ ਸਾਹਿਬ, ਓਪੀਐਸ ਦੇ ਵਿੱਚ ਅੜਿੱਕਾ ਕੀ ਲੱਗ ਰਿਹਾ ਹੈ? ਪੂਰੀ ਪਲੈਨਿੰਗ ਜਾਂ ਫਿਰ ਐਨਪੀਐਸ ਦਾ ਫੰਡ ਨਾ ਮਿਲਣਾ? ਆਮ ਆਦਮੀ ਪਾਰਟੀ ਦੀ ਨੀਅਤ ਨਾ ਹੋਣਾ ਇਹ ਦਰਅਸਲ ਅਸਲ ਇਸ਼ੂ ਹੈ ਜਿਹਦੇ ਕਰਕੇ ਓਪੀਐਸ ਪੰਜਾਬ ਦੇ ਵਿੱਚ ਨਹੀਂ ਇੰਪਲੀਮੈਂਟ ਹੋ ਰਿਹਾ। ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੇ 18 ਨਵੰਬਰ ਨੂੰ ਕਹਿਤਾ ਅਸੀਂ 올ਡ ਪੈਨਸ਼ਨ ਸਕੀਮ ਨੂੰ ਇੰਪਲੀਮੈਂਟ ਕਰਾਂਗੇ, ਰਾਈਟ? ਅੱਜ 12 ਦਸੰਬਰ ਹੋ ਗਈ, ਇਹਨਾਂ ਨੇ ਹਜੇ ਤੱਕ ਸੈਂਟਰਲ ਗਵਰਨਮੈਂਟ ਨੂੰ ਕੋਈ ਵੀ ਇਨਫੋਰਮੇਸ਼ਨ, ਕੋਈ ਵੀ ਸੁਨੇਹਾ ਕਿਉਂ ਨਹੀਂ ਭੇਜਿਆ ਵੀ ਅਸੀਂ ਓਪੀਐਸ ਇੰਪਲੀਮੈਂਟ ਕਰਨ ਜਾ ਰਹੇ ਹਾਂ? ਸਵਾਲ ਨੰਬਰ ਪਹਿਲਾ, ਉਹ ਪਤਾ ਲੱਗਦਾ ਨਾ ਜੁਮਲਾ ਹੈ। ਦੂਜੀ ਗੱਲ, ਇਹ ਗਰਗ ਸਾਹਿਬ ਸਵਾਲ ਨੋਟ ਕਰ ਲੈਣ, ਇਹਨਾਂ ਦੇ ਜਵਾਬ ਦੇਣ। ਦੂਜਾ ਸਵਾਲ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਉਂ ਨਹੀਂ ਮੰਗ ਕੀਤੀ ਵੀ 17,000 ਕਰੋੜ ਰੁਪਏ ਦਾ ਕਾਰਪਸ ਜਿਹੜਾ ਐਨਪੀਐਸ ਤੇ ਯੂਟਿਲਾਈਜ਼ ਹੋ ਰਿਹਾ ਹੈ, ਜਿਹੜਾ ਪੰਜਾਬ ਦੇ EMPLOYEES ਨੇ, ਮੁਲਾਜ਼ਮਾਂ ਨੇ ਤੇ ਸਟੇਟ ਸਰਕਾਰ ਨੇ ਪੈਸਾ ਦਿੱਤਾ, ਉਹ ਸਾਨੂੰ ਵਾਪਸ ਕਰ ਦਿਓ, ਕਿਉਂਕਿ ਅਸੀਂ ਓਪੀਐਸ ਇੰਪਲੀਮੈਂਟ ਕਰਨੀ ਹੈ, ਸਾਨੂੰ ਐਨਪੀਐਸ ਦੀ ਜ਼ਰੂਰਤ ਨਹੀਂ ਹੈ। ਉਹ ਵੀ ਆਮ ਆਦਮੀ ਪਾਰਟੀ ਨੇ ਨਹੀਂ ਮੰਗਿਆ। ਸੋ ਇਹ ਦੋ ਚੀਜ਼ਾਂ ਆਮ ਆਦਮੀ ਪਾਰਟੀ ਕਿਵੇਂ ਐਕਸਪਲੇਨ ਕਰਦੀ ਹੈ, ਕੀ ਕਾਰਨ ਹੈ ਨਾ ਐਕਸਪਲੇਨ ਕਰਨ ਦਾ? ਤੇ ਮੈਂ ਨਹੀਂ ਕਰ ਰਿਹਾ, ਮਿਨਿਸਟਰ ਆਫ ਸਟੇਟ ਫॉर ਫਾਈਨਾਂਸ ਭਗਵਤ ਕਰਾਜ ਜੀ ਨੇ ਅੱਜ ਰਿਟਨ ਰਿਪਲਾਈ ਦਿੱਤਾ ਹੈ। ਉਹਨਾਂ ਨੇ ਜ਼ਿਕਰ ਕੀਤਾ ਛੱਤੀਸਗੜ੍ਹ ਦਾ, ਰਾਜਸਥਾਨ ਦਾ ਤੇ ਝਾਰਖੰਡ ਦਾ। ਇਹ ਤਿੰਨਾਂ ਸਟੇਟਸ ਨੇ ਜਿਹੜਾ ਸੈਂਟਰ ਨੂੰ ਭੇਜਿਆ ਵੀ ਅਸੀਂ ਓਪੀਐਸ ਇੰਪਲੀਮੈਂਟ ਕਰ ਰਹੇ ਤੇ ਸਾਨੂੰ ਕਾਰਪਸ ਦਿੱਤਾ ਜਾਵੇ, ਪੈਸਾ ਦਿੱਤਾ ਜਾਵੇ ਐਨਪੀਐਸ ਦੇ ਅੰਡਰ, ਤਾਂ ਕਿ ਅਸੀਂ ਓਪੀਐਸ ਲਈ ਯੂਟਿਲਾਈਜ਼ ਕਰ ਸਕੀਏ। ਹੁਣ ਆਮ ਆਦਮੀ ਪਾਰਟੀ ਇਹ ਜੇ ਜੁਮਲਾ ਨਹੀਂ ਕਰ ਰਹੀ ਹੈ ਪੰਜਾਬ ਨਾਲ, ਤੇ ਹੋਰ ਕੀ ਕਰ ਰਹੀ ਹੈ? ਉਹ ਤੋਂ ਬਾਅਦ ਦੇਖੋ ਜ਼ਰੂਰੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸ਼ਾਇਦ 17,000 ਕਰੋੜ ਦੀ ਤਾਂ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਨਾ ਵੀ ਅਸੀਂ ਮਾਈਨਿੰਗ ਚੋਂ 10,000 ਕਰੋੜ ਕੱਢਾਂਗੇ, ਸ਼ਾਇਦ ਉੱਥੋਂ ਕੱਢੀ ਬੈਠੇ ਹੋਣ। ਫਿਰ ਇਹਨਾਂ ਨੇ ਕਿਹਾ ਸੀਗਾ 10,000 ਕਰੋੜ ਲਿਕਰ ਤੋਂ ਕੱਢਾਂਗੇ। ਪੁਆਇੰਟ ਦੇ ਉੱਤੇ ਰਹੀਏ, ਪਰ ਦੇਖੋ ਗੱਲ ਇਹ ਹੈ ਕਿ ਜਿਹੜਾ ਤੁਸੀਂ ਰਾਜਸਥਾਨ, ਛੱਤੀਸਗੜ੍ਹ ਜਾਂ ਝਾਰਖੰਡ ਦਾ ਜ਼ਿਕਰ ਕਰ ਰਹੇ ਹੋ, ਮੈਂ ਖੜਿਆਲ ਸਾਹਿਬ ਉਸੇ ਪੁਆਇੰਟ ਦੇ ਉੱਤੇ ਆ ਰਹੇ ਹਾਂ, ਉਹਨਾਂ ਨੂੰ ਵੀ ਐਨਪੀਐਸ ਵਾਪਸ ਨਹੀਂ ਕੀਤਾ। ਜੇ ਬੇਸ਼ੱਕ ਉਹਨਾਂ ਦਾ ਪ੍ਰਪੋਜ਼ਲ ਉੱਥੇ ਪਹੁੰਚ ਗਿਆ ਤਾਂ ਉਸ ਦਾ ਮਤਲਬ ਇਹ ਤਾਂ ਨਹੀਂ ਕਿ ਪ੍ਰਪੋਜ਼ਲ ਪਹੁੰਚ ਜਾਂਦਾ ਤਾਂ ਉਹਨਾਂ ਨੂੰ ਪੈਸੇ ਮਿਲ ਗਏ, ਸਾਨੂੰ ਮਿਲੇ ਨਹੀਂ।
ਮੈਂ ਕਹਿੰਦਾ ਇੱਥੇ ਫਰਕ ਹੈ, ਇੱਥੇ ਅਟੈਂਪਟ ਦੀ ਗੱਲ ਹੈ, ਇੱਥੇ ਕੋਸ਼ਿਸ਼ ਦੀ ਗੱਲ ਹੈ ਗੌਰਵ ਜੀ। ਜੀ। ਜੇ ਹੁਣ ਆਮ ਆਦਮੀ ਸੀਰੀਅਸ ਹੁੰਦੀ OPS ਨੂੰ ਲੈ ਕੇ, 올ਡ ਪੈਨਸ਼ਨ ਸਕੀਮ ਨੂੰ ਲੈ ਕੇ, ਪਹਿਲੀ ਗੱਲ ਤਾਂ ਕਨਵੇ ਤਾਂ ਕਰਦੀ ਸੈਂਟਰਲ ਗਵਰਨਮੈਂਟ ਨੂੰ, ਬਗੈਰ ਕਨਵੇ ਕਰੇ ਤਾਂ ਹੋਣਾ ਨਹੀਂ, ਪਹਿਲਾ ਕਦਮ ਹੀ ਨਹੀਂ ਚੁੱਕਿਆ। ਨੰਬਰ 1। ਨੰਬਰ 2, ਤੁਸੀਂ ਸਹੀ ਕਿਹਾ ਕਿ ਛੱਤੀਸਗੜ੍ਹ, ਰਾਜਸਥਾਨ ਤੇ ਝਾਰਖੰਡ ਨੂੰ ਕਾਰਪਸ ਨਹੀਂ ਮਿਲਿਆ, ਪੈਸਾ ਨਹੀਂ ਮਿਲਿਆ, ਬਾਵਜੂਦ ਇਹਦੇ ਕਿ ਉਹਨਾਂ ਨੇ ਲਿਖਤਾ ਵੀ ਸਾਨੂੰ ਵਾਪਸ ਕਰੋ, ਪਰ ਕੋਸ਼ਿਸ਼ ਤਾਂ ਕੀਤੀ, ਅਟੈਂਪਟ ਤਾਂ ਕੀਤਾ, ਇਹ ਤਾਂ ਕਰ ਹੀ ਕੁਝ ਨਹੀਂ ਰਹੇ। ਮੈਂ ਦੂਜੀ ਗੱਲ ਦੱਸਦਾ, ਸਾਡੀ ਸਰਕਾਰ ਮੇਕ ਸ਼ੋਰ ਕਰੂਗੀ ਜਿਹੜੀ ਸਟੇਟ ਦੇ ਵਿੱਚ ਅਸੀਂ ਹੈ ਉੱਥੇ 올ਡ ਪੈਨਸ਼ਨ ਸਕੀਮ ਇੰਪਲੀਮੈਂਟ ਹੋਵੇ। ਅਸੀਂ ਕੋਸ਼ਿਸ਼ ਕਰਤੀ ਨਾ, ਅਸੀਂ ਅਟੈਂਪਟ ਕਰਤਾ ਨਾ, ਲੋਕਾਂ ਨੂੰ ਜਵਾਬ ਦੇਣ ਜੋਗੇ ਤਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੈ ਕੇ ਆਉਣ ਦੀ, ਇਹਨਾਂ ਨੇ ਤਾਂ ਕਦਮ ਹੀ ਨਹੀਂ ਚੁੱਕਿਆ। ਸੋ ਇਹ ਤੋਂ ਬਾਅਦ ਲੀਗਲ ਰਿਕੋਰਸ ਲੈਣਾ ਹੋਇਆ ਤਾਂ ਲੀਗਲ ਰਿਕੋਰਸ ਵੀ ਲਵਾਂਗੇ, ਜੇ ਕੋਰਟ ਦੇ ਦਰਵਾਜ਼ੇ ਖਟਖਟਾਉਣੇ ਪਏ ਕੋਰਟ ਦੇ ਦਰਵਾਜ਼ੇ ਖਟਖਟਾਵਾਂਗੇ, ਬੋਲਣਾ ਪਿਆ ਲੋਕ ਸਭਾ ਰਾਜ ਸਭਾ, ਜੋ ਕਰ ਸਕਣਾ, ਜੋ ਸਾਨੂੰ ਲੋੜ ਪਊਗੀ ਕਰਾਂਗੇ। ਆਮ ਆਦਮੀ ਪਾਰਟੀ ਨੇ ਸਟੈਪ ਨੰਬਰ ਪਹਿਲਾਂ ਹੀ ਲਿਆ। ਵਿੱਚ ਫਰਕ ਆ ਰਿਹਾ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਦੇਖੋ ਪਤਾ ਕੀ ਹੈ, ਲੋਕਾਂ ਨੂੰ ਪ੍ਰੈਕਟੀਕਲ ਗੱਲ ਸਮਝ ਆਵੇ ਕਿ ਜਿਹੜੀ ਰਾਜਸਥਾਨ ਦੀ ਸਰਕਾਰ, ਜਿੱਥੇ ਕਾਂਗਰਸ ਦੀ ਗਵਰਨਮੈਂਟ ਹੈ, ਛੱਤੀਸਗੜ੍ਹ 'ਚ ਕਾਂਗਰਸ ਦੀ ਗਵਰਨਮੈਂਟ ਹੈ, ਕਿ ਉੱਥੇ ਵਾਕਈ ਇਸ ਤਰੀਕੇ ਨਾਲ ਅਟੈਂਪਟ ਹੋ ਗਿਆ ਕਿ ਇੱਕ ਪ੍ਰਪੋਜ਼ਲ ਭੇਜਣ ਦੀ ਵਜ੍ਹਾ ਦੇ ਨਾਲ ਪੰਜਾਬ ਸਰਕਾਰ ਪਛੜ ਗਈ। ਮੈਂ ਗਰਗ ਸਾਹਿਬ ਤੁਹਾਡੇ ਤੋਂ ਜਵਾਬ ਲਵਾਂਗਾ, ਕਹਿ ਰਹੇ ਕਿ ਤੁਸੀਂ ਨੀਅਤ ਦੇ ਨਾਲ ਅਟੈਂਪਟ ਨਹੀਂ ਕੀਤਾ। ਥੋੜਾ ਜਿਹਾ ਵੇਟ ਕਰਿਓ, ਪਹਿਲਾਂ ਮੈਂ ਬਰਾੜ ਸਾਹਿਬ ਦਾ ਇੱਕ ਵਾਰੀ ਰੋਕ ਕਰ ਲਵਾਂ, ਤੁਸੀਂ ਇਕੱਠੇ ਜਵਾਬ ਦਿਓ। ਬਰਾੜ ਸਾਹਿਬ, ਅਕਾਲੀ ਦਲ ਨੂੰ ਵੀ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਨੀਅਤ ਦੀ ਵਜ੍ਹਾ ਦੇ ਨਾਲ OPS ਵਾਲਾ ਫਾਰਮੂਲਾ ਲਾਗੂ ਨਹੀਂ ਹੋ ਪਾਏਗਾ, ਜਾਂ ਨਹੀਂ ਹੋ ਸਕਦਾ, ਜਾਂ ਫਿਰ NPS ਵਾਲਾ ਪੈਸਾ ਨਹੀਂ ਆ ਪਾਏਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਬੈਕਗ੍ਰਾਉਂਡ 'ਚ ਜਾਣਾ ਚਾਹੂੰਗਾ ਕਿ 2004 ਦੇ ਵਿੱਚ ਕਾਂਗਰਸ ਗਵਰਨਮੈਂਟ ਵੇਲੇ ਇਹ ਫੈਸਲੇ ਹੋਏ, ਭਾਵੇਂ ਕੇਂਦਰ ਦੀ ਸਰਕਾਰ ਦੇ ਸੀ, ਭਾਵੇਂ ਪੰਜਾਬ ਸਰਕਾਰ ਦੇ ਸੀ, ਜਦੋਂ ਇਹ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਇਹ ਬੰਦ ਹੋਈ। ਪਹਿਲਾਂ ਤਾਂ ਇੱਕ ਗੱਲ ਬੈਕਗ੍ਰਾਉਂਡ 'ਚ ਜਾਣਾ ਪਊਗਾ ਜੀ। ਦੂਜੀ ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਔਰ ਵਾਅਦਾ ਪੁਗਾਉਣ ਲਈ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਹੁਣ ਆਮ ਆਦਮੀ ਪਾਰਟੀ ਨੇ ਨਾ ਉਹ ਨੋਟੀਫਿਕੇਸ਼ਨ 'ਚ ਲਿਖਿਆ ਵੀ ਅਸੀਂ ਕੇਂਦਰ ਤੋਂ ਕਰਾਵਾਂਗੇ, ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੈਵਲ ਤੇ ਕਰਾਂਗੇ, ਭਾਵੇਂ ਕਿ ਜਥੇਬੰਦੀਆਂ ਨੇ ਉਹ ਵੀ ਪੂਰਨ ਤੌਰ ਤੇ ਨਹੀਂ ਮੰਨਿਆ, ਉਹਨੂੰ ਵੀ ਕਿਹਾ ਕਿ ਅੱਧਾ ਅਧੂਰਾ ਹੈ, ਇਹਦੇ 'ਚ ਕਲੈਰੀਫਿਕੇਸ਼ਨ ਦਿਓ, ਉਹ ਵੀ ਨਹੀਂ ਦਿੱਤੀ। ਪਰ ਇੱਥੇ ਸੈਂਟਰ ਦੇ ਪੈਸਿਆਂ ਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਨੋਟੀਫਿਕੇਸ਼ਨ ਵੇਲੇ, ਨਾ ਕਿਹਾ ਸੀ ਵੀ ਸੈਂਟਰ ਤੋਂ ਲਾਗੂ ਕਰਵਾਵਾਂਗੇ, ਇਹਨਾਂ ਨੇ ਤਾਂ ਕਿਹਾ ਸੀ ਅਸੀਂ ਖੁਦ ਕਰਾਂਗੇ। ਪਹਿਲੀ ਗੱਲ ਤਾਂ ਮੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਲਾਗੂ ਕਰੋ, ਆਪਦੇ ਪੱਧਰ ਤੇ ਲਾਗੂ ਕਰੋ। ਹਾਂ, ਕੇਂਦਰ ਸਰਕਾਰ ਭਾਵੇਂ ਰੂਰਲ ਡਿਵੈਲਪਮੈਂਟ ਫੰਡ ਰੋਕੀ ਬੈਠਾ, ਤੁਰੰਤ ਜਾਰੀ ਕਰੇ, ਭਾਵੇਂ ਕੋਈ ਮੁਲਾਜ਼ਮਾਂ ਦਾ ਪੈਸਾ ਕੱਟਿਆ ਰੋਕਿਆ, ਉਹ ਤੁਰੰਤ ਜਾਰੀ ਕਰੇ। ਕੇਂਦਰ ਦਾ ਹੱਕ ਨਹੀਂ ਬਣਦਾ ਇਹ ਧੌਣ ਤੇ ਗੋਡਾ ਰੱਖ ਕੇ ਸਟੇਟਾਂ ਦੇ ਤੇ ਉਹਨਾਂ ਦਾ ਗਲਾ ਕੁੱਟੇ। ਇਹ ਅਸੀਂ ਸਟੇਟ ਦੇ ਨਾਲ ਹੈ, ਭਾਵੇਂ ਸਾਡੀ ਵਿਰੋਧੀ ਸਰਕਾਰ ਹੈ, ਪਰ ਜਿਹੜੀ ਆਮ ਆਦਮੀ ਪਾਰਟੀ ਨੇ ਆਪਦੇ ਬਲਬੂਤੇ ਤੇ ਪੁਰਾਣੀ ਉਹ ਜਿਹੜੀ ਪੈਨਸ਼ਨ ਸਕੀਮ ਆ ਉਹਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ, ਔਰ ਗੁਜਰਾਤ ਤੇ ਹਿਮਾਚਲ ਦੇ ਵਿੱਚ ਵੋਟਾਂ ਦੇ ਵਿੱਚ ਫਾਇਦਾ ਲੈਣ ਲਈ ਵੀ ਕੀਤਾ ਸੀ। ਔਰ ਮੈਂ ਤਵੱਕੋ ਰੱਖਦਾ, ਉਮੀਦ ਰੱਖਦਾ ਕਿ ਹੁਣ ਕੇਂਦਰ ਸਿਰ ਭਾਂਡਾ ਨਹੀਂ ਭੰਨਣਗੇ, ਇਹ ਆਪਦੇ ਕੋਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਗੇ। ਜੇ ਨਹੀਂ ਲਾਗੂ ਕਰਨਗੇ ਤਾਂ ਮੁਲਾਜ਼ਮ ਜਥੇਬੰਦੀਆਂ ਦਾ ਤਕੜਾ ਤੇ ਕਰੜਾ ਤਪਸ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ 'ਚ ਸਰਕਾਰ ਨੂੰ ਝੱਲਣਾ ਪਏਗਾ। ਗਰਗ ਸਾਹਿਬ, ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਬਰਾੜ ਸਾਹਿਬ ਦਾ ਇਸ ਗੱਲੋਂ ਸ਼ੁਕਰੀਆ ਅਦਾ ਕਰਦਾ ਕਿ ਜਦੋਂ ਇਹ ਕਹਿੰਦੇ ਨੇ ਜਦੋਂ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਡਾਕੇ ਦੀ ਗੱਲ ਆਉਂਦੀ ਹੈ, ਸਟੇਟ ਗਵਰਨਮੈਂਟ ਦੇ ਨਾਲ ਖੜੇ ਹੈ, ਔਰ ਹਰ ਜਾਨੀ ਕਿ ਸੂਬੇ ਦੇ ਵਾਸੀ ਨੂੰ ਖੜਨਾ ਵੀ ਚਾਹੀਦਾ। ਮੈਂ ਧੰਨਵਾਦ ਕਰਦਾ ਇਸ ਗੱਲੋਂ। ਔਰ ਦੂਸਰੀ ਗੱਲ, ਇਹਨਾਂ ਨੇ ਇਹ ਆਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਇਸ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ, ਅਸੀਂ ਤਾਂ ਉਹਦੇ 'ਚ ਵੀ ਲਿਖਿਆ ਹੈਗਾ ਕਿ ਅਸੀਂ ਇਸ ਨੂੰ ਲਾਗੂ ਕਰਾਂਗੇ, ਔਰ ਅਸੀਂ ਇਸ ਨੂੰ ਲਾਗੂ ਕਰਾਂਗੇ, ਮੀਂਹ 'ਚ ਲਾਗੂ ਕਰਾਂਗੇ। ਅਸੀਂ ਆਪਣੀ ਪਹਿਲੀ ਓਪਨਿੰਗ ਰਿਮਾਰਕਸ ਦੇ ਵਿੱਚ ਵੀ ਇਹੀ ਆਖਿਆ ਹੈਗਾ ਕਿ ਇਹ ਪੈਨਸ਼ਨ ਤੇ ਅਸੀਂ ਲਾਗੂ ਕਰਕੇ ਰਹਾਂਗੇ। ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਵਾਪਸ ਲੈਣਾ ਉਹ ਇੱਕ ਵੱਖਰਾ ਇਸ਼ੂ ਹੈਗਾ, ਉਹ ਇੱਕ ਲੀਗਲ ਇਸ਼ੂ ਹੋ ਸਕਦਾ, ਪੋਲੀਟੀਕਲ ਇਸ਼ੂ ਹੋ ਸਕਦਾ ਹੈ, ਲੇਕਿਨ ਜਿਹੜਾ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਹੈਗਾ 100% ਲਾਗੂ ਹੋਏਗਾ। ਹੁਣ ਗੱਲ ਤੁਸੀਂ ਆ ਜਾਓ, ਖੜਿਆਲ ਸਾਹਿਬ ਮੇਰੇ ਸਾਥੀ ਨੇ ਜਿਹੜੀ ਹੈ, ਸ਼ਾਇਦ ਉਹ ਪੂਰਾ ਵਿਸ਼ਾ ਸਮਝ ਨਹੀਂ ਪਾ ਰਹੇ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਮੰਨ ਲਿਆ ਸਾਡੀ ਉੱਥੇ ਪ੍ਰਪੋਜ਼ਲ ਨਹੀਂ ਪਹੁੰਚੀ, 24 ਦਿਨ ਟੋਟਲ ਜਿਹੜੇ ਹੈਗੇ ਨੋਟੀਫਿਕੇਸ਼ਨ ਜਾਰੀ ਹੋਈ ਨੂੰ ਹੋਏ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਪ੍ਰਪੋਜ਼ਲ ਜਾਏਗੀ ਨਹੀਂ। ਜਿੱਦਾਂ ਮੈਂ ਦੱਸਿਆ, ਇਹਦਾ ਇੱਕ ਪ੍ਰੋਸੈਸ ਹੁੰਦਾ, ਟਾਈਮ ਲੱਗਦਾ, ਲੇਕਿਨ ਜਿਨ੍ਹਾਂ ਦੀ ਅੱਜ ਡਿਬੇਟ ਇਸ ਕਰਕੇ ਹੋ ਰਹੀ ਹੈ, ਜਿਨ੍ਹਾਂ ਦੀ ਪ੍ਰਪੋਜ਼ਲ ਗਈ ਉਹਨੂੰ ਕੇਂਦਰ ਨੇ ਡਿਨਾਈ ਕੀਤਾ। ਮੁੱਦਾ ਇਹ ਹੈਗਾ ਕਿ ਕੇਂਦਰ ਕੌਣ ਹੁੰਦਾ ਹੈਗਾ ਮੁਲਾਜ਼ਮਾਂ ਦਾ ਤੇ ਸੂਬਾ ਸਰਕਾਰ ਦੇ ਪੈਸੇ ਨੂੰ ਰੋਕਣ ਵਾਲਾ।
ਇੱਕ ਬੰਨੇ ਤੇ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਦੇ ਉੱਤੇ, ਆਮ ਆਦਮੀ ਪਾਰਟੀ ਨੇ ਕਦੋਂ ਆਖਿਆ ਕਿ ਅਸੀਂ ਇਸ ਨੂੰ ਲਾਗੂ ਨਹੀਂ ਕਰ ਰਹੇ, ਇਸ ਦਾ ਲਾਗੂ ਕਰਨ ਜਾ ਰਹੇ ਹਾਂ। ਤੁਸੀਂ ਹਿਮਾਚਲ ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਹੈ, ਤੁਸੀਂ ਰਾਜਸਥਾਨ 'ਚ ਵਾਅਦਾ ਕੀਤਾ ਹੈਗਾ, ਤੁਸੀਂ ਪ੍ਰਪੋਜ਼ਲ ਵੀ ਭੇਜਿਆ ਔਰ ਉਮੀਦ ਆਉਣ ਵਾਲੇ ਦਿਨਾਂ 'ਚ ਤੁਸੀਂ ਹਿਮਾਚਲ ਤੋਂ ਵੀ ਭੇਜੋਗੇ। ਮਸਲਾ ਇਹ ਹੈਗਾ ਕਿ ਕੇਂਦਰ ਜਿਹੜਾ ਅੜੀਅਲ ਰਵੱਈਆ ਅਪਣਾ ਰਿਹਾ ਹੈ ਔਰ ਲਗਾਤਾਰ 8 ਸਾਲਾਂ ਤੋਂ ਜਿੱਦਾਂ ਸਾਰੇ ਅਧਿਕਾਰ ਆਪਣੇ ਕੋਲ ਤੁਹਾਨੂੰ ਇੱਥੇ ਵੀ ਕਾਂਗਰਸ ਦਾ ਸਾਥ ਨਹੀਂ ਮਿਲ ਰਿਹਾ? ਤੁਹਾਨੂੰ ਲੱਗਦਾ ਕਿ ਛੱਤੀਸਗੜ੍ਹ ਵਾਲੇ ਰਾਜਸਥਾਨ, ਪੰਜਾਬ ਤੇ ਹਿਮਾਚਲ ਇਕੱਠੇ ਹੋ ਕੇ ਸੈਂਟਰ ਦੇ ਸਾਹਮਣੇ ਡਿਮਾਂਡ ਰੱਖਣ ਤਾਂ ਗੱਲ ਵੱਖਰੀ ਹੋਵੇ। ਸਰ ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਇਸ ਮੁੱਦੇ ਦੇ ਉੱਤੇ ਜਦੋਂ ਐਡਾ ਅੜੀਅਲ ਹੁਕਮਰਾਨ ਹੋਵੇ ਸੈਂਟਰ ਦੇ ਵਿੱਚ, ਸਾਰਿਆਂ ਨੂੰ ਇਕੱਠੇ ਹੋਣਾ ਪਏਗਾ, ਪੋਲੀਟੀਕਲ ਪਾਰਟੀਆਂ ਨੂੰ ਵੀ ਔਰ ਮੁਲਾਜ਼ਮਾਂ ਨੂੰ ਵੀ ਇਕੱਠੇ ਹੋ ਕੇ ਲੜਾਈ ਨਹੀਂ ਪਏਗੀ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ, ਅਸੀਂ ਲੋਕਾਂ ਨਾਲ ਵਾਅਦਾ ਕੀਤਾ, ਨੋਟੀਫਾਈ ਕੀਤਾ ਔਰ ਮੁਲਾਜ਼ਮਾਂ ਨੂੰ ਪੈਨਸ਼ਨ ਦੇਵਾਂਗੇ। ਮੈਂ ਤੁਹਾਡੇ ਕੋਲ ਆ ਰਿਹਾ, ਬਹੁਤ ਸਵਾਲ ਹੈ, ਪਰ ਖੜਿਆਲ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ। ਮੇਰਾ ਜੀ ਪਹਿਲਾਂ ਤਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕੀਤੀ, ਮੈਂ ਉਹ ਗੱਲ ਦਾ ਰਿਬਟ ਕਰਦਾ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਹਿਸਟਰੀ ਦੇ ਵਿੱਚ ਜਾਣਾ ਥੋੜਾ ਜ਼ਰੂਰੀ ਸੀਗਾ ਕਿ ਕਾਂਗਰਸ ਕਰਕੇ ਇਹ ਚੀਜ਼ ਹੋਈ, ਉਹ ਚੀਜ਼ ਹੋਈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਆਪਣਾ ਅਲਾਈਅੰਸ ਪਾਰਟਨਰ ਸੀਗਾ 8 ਸਾਲਾਂ ਲਈ। ਨਾ ਹੀ ਕੋਈ ਕਮਿਊਨੀਕੇਸ਼ਨ ਗਈ ਵੀ ਓਪੀਐਸ ਇੰਪਲੀਮੈਂਟ ਹੋਣੀ ਚਾਹੀਦੀ ਹੈ, ਨਾ ਹੀ ਕੋਈ ਐਕਸ਼ਨ ਲਿਆ ਗਿਆ, ਤੇ ਨਾ ਹੀ ਕੋਈ ਇਹ ਤੇ ਵਿਚਾਰ ਜਾਂ ਵਿਮਰਸ਼ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਨਾ ਅੱਜ ਕਦੇ, ਨਾ ਪਹਿਲਾਂ ਕਦੇ ਗੱਲ ਕੀਤੀ, ਨਾ ਅੱਜ ਕਰ ਰਹੇ ਤੇ ਨਾ ਮੈਨੂੰ ਲੱਗਦਾ ਅੱਗੇ ਕਰਨਗੇ। ਸੋ ਇਹ ਸਭ ਰਾਜਨੀਤੀ ਕਰਦੇ। ਦੂਜੀ ਗੱਲ ਆਮ ਆਦਮੀ ਪਾਰਟੀ ਦੀ, ਇਹ ਕਹਿੰਦੇ ਵੀ ਜਿਹੜੇ ਫੰਡ ਹੈ ਸੈਂਟਰ ਤੋਂ ਲੈਣੇ ਉਹ ਡਿਫਰੈਂਟ ਇਸ਼ੂ ਹੈ, ਉਹ ਲੀਗਲ ਇਸ਼ੂ ਹੋ ਸਕਦਾ ਹੈ। ਮੈਂ ਕਹਿੰਦਾ ਗਰਗ ਸਾਹਿਬ, ਬਗੈਰ ਫੰਡਸ ਦੇ ਤੁਸੀਂ ਓਪੀਐਸ ਇੰਪਲੀਮੈਂਟ ਕਿਵੇਂ ਕਰ ਸਕਦੇ ਹੋ? ਤੇ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ, ਅਸੀਂ ਆਲਰੇਡੀ ਇੰਪਲੀਮੈਂਟ ਕਰੀ ਬੈਠੇ ਹਾਂ। ਰਾਜਸਥਾਨ ਦੇ ਵਿੱਚ ਵੀ ਤੇ ਛੱਤੀਸਗੜ੍ਹ ਦੇ ਵਿੱਚ ਵੀ ਅਸੀਂ ਆਲਰੇਡੀ ਇੰਪਲੀਮੈਂਟ ਕਰੀ ਬੈਠੇ ਹਾਂ ਓਪੀਐਸ ਨੂੰ, ਤੇ EMPLOYEES ਨੂੰ ਬੈਨੀਫਿਟ ਜਾਣਾ ਸ਼ੁਰੂ ਹੋ ਚੁੱਕਾ ਹੈ। ਹੁਣ ਅਸੀਂ ਕੋਸ਼ਿਸ਼ ਕੀਤੀ ਵੀ ਸੈਂਟਰ ਸਾਨੂੰ ਪੈਸਾ ਦੇਵੇ ਤਾਂ ਕਿ ਹੋਰ ਈਜ਼ੀਲੀ ਹੋ ਸਕੇ, ਲੇਕਿਨ ਜੇ ਸੈਂਟਰ ਨਹੀਂ ਵੀ ਪੈਸਾ ਦਿੰਦਾ ਸਾਨੂੰ ਕਾਰਪਸ ਦਾ, ਅਸੀਂ ਕੋਸ਼ਿਸ਼ ਤਾਂ ਕੀਤੀ, ਹਜੇ ਕੋਸ਼ਿਸ਼ ਜਾਰੀ ਕੀਤੀ ਹੈ, ਸ਼ੁਰੂ ਕੀਤੀ ਹੈ, ਇਹ ਤੋਂ ਬਾਅਦ ਰੁਕਾਂਗੇ ਨਹੀਂ। ਤੁਸੀਂ ਤਾਂ ਸ਼ੁਰੂ ਹੀ ਨਹੀਂ ਕਰ ਰਹੇ। ਤੁਸੀਂ ਖੜਿਆਲ ਸਾਹਿਬ ਦਾਵਾ ਕਰ ਰਹੇ ਹੋ ਕਿ ਜਿਹੜੀਆਂ 2004 ਤੋਂ ਬਾਅਦ, ਮੈਂ ਵਿਚਾਲੇ ਰੋਕ ਰਿਹਾ, ਮਾਫੀ ਚਾਹੁੰਦਾ, ਥੋੜਾ ਜਿਹਾ ਕਲੀਅਰ ਹੋਵੇ ਦਰਸ਼ਕਾਂ ਨੂੰ। ਤੁਸੀਂ ਕਹਿ ਰਹੇ ਹੋ ਕਿ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਜਿਹੜੀਆਂ 2004 ਤੋਂ ਬਾਅਦ ਭਰਤੀਆਂ ਹੋਈਆਂ ਉਹਨਾਂ ਨੂੰ ਪੈਨਸ਼ਨ ਮਿਲੇਗੀ, ਐਨਪੀਐਸ ਦਾ ਪੈਸਾ ਮਿਲੇ ਨਾ ਮਿਲੇ? ਮੈਂ ਕਹਿੰਦਾ ਬੈਨੀਫਿਟ ਮਿਲਣਾ ਆਲਰੇਡੀ, ਬੈਨੀਫਿਟ ਮਿਲਣਾ ਓਪੀਐਸ ਦਾ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ। ਤੇ ਦੂਜੀ ਗੱਲ 18 ਨਵੰਬਰ ਦੀ ਗੱਲ ਨਹੀਂ ਹੈ ਗਰਗ ਸਾਹਿਬ, ਤੁਹਾਡਾ ਇਲੈਕਸ਼ਨ ਤੋਂ ਪਹਿਲਾਂ ਦਾ ਵਾਅਦਾ ਹੈ ਵੀ ਅਸੀਂ ਓਪੀਐਸ ਇੰਪਲੀਮੈਂਟ ਕਰਾਂਗੇ। 9 ਮਹੀਨੇ ਹੋ ਗਏ, 9 ਮਹੀਨੇ ਹੋ ਗਏ ਤੁਹਾਨੂੰ ਆਏ, ਤੇ ਉਹਦੇ ਬਾਵਜੂਦ ਤੁਸੀਂ ਇਹਨੂੰ ਹੱਥ ਨਹੀਂ ਲਾਇਆ, ਕਮਿਊਨੀਕੇਸ਼ਨ ਨਹੀਂ ਭੇਜੀ। ਠੀਕ ਹੈ, ਆਪਾਂ ਛੋਟਾ ਜਵਾਬ ਰੱਖੀਏ। ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਕਹਿਣਾ ਚਾਹ ਰਹੇ ਨੇ। ਮੈਂ ਚੰਨੀ ਜੀ ਦਾ ਵੀ ਰੁਕ ਕਰਨਾ, ਮੈਂ ਖੜਿਆਲ ਸਾਹਿਬ ਆ ਰਿਹਾ, ਤੁਹਾਡਾ ਇੱਕ ਵਾਰੀ ਰਿਐਕਸ਼ਨ ਲੈਣਾ। ਨੀਲ ਗਰਗ ਜੀ, ਤੁਸੀਂ ਛੱਤੀਸਗੜ੍ਹ ਤੇ ਤੁਸੀਂ ਜ਼ਿਕਰ ਰਾਜਸਥਾਨ ਦਾ ਕਰ ਦਿੱਤਾ, ਉਹ ਕਹਿੰਦੇ ਅਸੀਂ ਤਾਂ ਇੰਪਲੀਮੈਂਟ ਕੀਤਾ ਨਾ ਉਸ ਚੀਜ਼ ਨੂੰ ਔਰ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ EMPLOYEES ਨੂੰ। ਇੱਕ ਚੀਜ਼ ਦੇਖੋ ਸਰ, ਜੇ ਪਹਿਲੀ ਗੱਲ ਤਾਂ ਇਸ ਦੀ ਸੰਭਾਵਨਾ ਘੱਟ ਹੈਗੀ, ਉੱਥੇ ਕੋਈ ਰਿਟਾਇਰ ਹੋ ਗਿਆ ਹੋਵੇਗਾ 2004 ਵਾਲਾ। ਜੇ ਰਿਟਾਇਰ ਹੋ ਗਿਆ, ਦੇਣਾ ਸ਼ੁਰੂ ਕੀਤਾ, ਚੰਗੀ ਗੱਲ ਹੈ, ਕਿਉਂਕਿ ਜਦੋਂ ਤੁਸੀਂ ਨੋਟੀਫਾਈ ਕੀਤਾ ਹੋਣਾ ਚਾਹੀਦਾ ਹੈਗਾ। ਪੰਜਾਬ ਦੇ ਵਿੱਚ ਜੇ ਅਸੀਂ ਨੋਟੀਫਾਈ ਕੀਤਾ ਹੈ, ਨੈਚੁਰਲੀ ਜਦੋਂ ਕੋਈ ਮੁਲਾਜ਼ਮ ਰਿਟਾਇਰ ਹੋਏਗਾ 2004 ਵਾਲਾ, ਤੇ ਤੁਸੀਂ ਕਿਵੇਂ ਕਹਿ ਸਕਦੇ ਅਸੀਂ ਲਾਗੂ ਨਹੀਂ ਕੀਤਾ? ਜਿਸ ਚੀਜ਼ ਨੂੰ ਅਸੀਂ ਨੋਟੀਫਾਈ ਕੀਤਾ ਅਸੀਂ ਲਾਗੂ ਕਰਾਂਗੇ, ਬਿਲਕੁਲ ਉਸ ਨੂੰ ਮਿਲੇਗਾ। ਪਰ ਸਵਾਲ ਤੇ ਇਹ ਪੈਦਾ ਹੁੰਦਾ ਹੈ ਨਾ ਕਿ ਜਿਸ ਤਰੀਕੇ ਨਾਲ ਕੇਂਦਰ ਜਿਹੜਾ ਹੈਗਾ ਸੂਬਿਆਂ ਦੇ ਹੱਕ ਮਾਰ ਰਿਹਾ ਹੈ, ਉਹਨਾਂ ਨੂੰ ਹਿਟਲਰ ਸ਼ਾਹੀ ਅੜੀਅਲ ਰਵੱਈਏ ਦੇ ਨਾਲ ਦਬਾਉਣਾ ਚਾਹੁੰਦਾ ਹੈ, ਧੌਣ ਤੇ ਗੋਡਾ ਰੱਖਣਾ ਚਾਹੁੰਦਾ ਹੈਗਾ। ਗੱਲ ਤੇ ਮਸਲਾ ਇਹ ਹੈਗਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ। ਜੇ ਅੱਜ ਸਾਨੂੰ ਇਹ ਸਮੱਸਿਆ ਪੰਜਾਬ ਦੇ ਵਿੱਚ ਹੈ ਤਾਂ ਤੁਹਾਨੂੰ ਵੀ ਤਾਂ ਉਹੀ ਸਮੱਸਿਆ ਹੈਗੀ ਹੈ। ਤੁਸੀਂ ਉਲਟਾ, ਤੁਹਾਨੂੰ ਜਾਂ ਤਾਂ ਮੁੱਦੇ ਦੀ ਸਮਝ ਨਹੀਂ ਹੈ ਜਾਂ ਮੁੱਦਾ ਸਮਝ ਕੇ ਅਣਜਾਣ ਬਣ ਰਹੇ ਹੋ, ਸਿਰਫ ਰਾਜਨੀਤੀ ਕਰ ਰਹੇ ਹੋ। ਮੁੱਦਾ ਇਹ ਹੈਗਾ ਜਿਹੜਾ ਮੁਲਾਜ਼ਮਾਂ ਦਾ ਪੈਸਾ ਹੈ, ਸੂਬਿਆਂ ਦਾ ਪੈਸਾ, ਕੇਂਦਰ ਕਿਵੇਂ ਰੋਕ ਸਕਦਾ? ਤੁਸੀਂ ਬੈਂਕ 'ਚ ਵੀ ਜਮ੍ਹਾਂ ਕਰਾਇਆ, ਤੁਸੀਂ ਮਿਊਚੁਅਲ ਫੰਡ 'ਚ ਵੀ ਮੰਨ ਲਓ ਜਮ੍ਹਾਂ ਕਰਾਇਆ। ਨਹੀਂ ਗਰਗ ਸਾਹਿਬ, ਤੁਸੀਂ ਤਜਵੀਜ਼ ਦੱਸ ਦਿਓ ਕਿ ਇਹ ਤਜਵੀਜ਼ ਹੈ, ਕਾਨੂੰਨ ਦੇ ਮੁਤਾਬਿਕ ਤੁਸੀਂ ਪੈਸਾ ਵਾਪਸ ਕਰਨਾ ਹੋਏਗਾ ਤੁਹਾਨੂੰ। ਬਿਲਕੁਲ ਕਾਨੂੰਨ ਦੇ, ਮੈਂ ਤੁਹਾਨੂੰ ਸ਼ੁਰੂ 'ਚ ਵੀ ਇਹੀ ਆਖਿਆ ਸੀ, ਜਿਹੜੀ ਵੀ ਕਾਨੂੰਨੀ ਲੜਾਈ ਲੜ ਪਈ ਉਹ ਲੜ ਕੇ ਇਹ ਪੈਸਾ ਵਾਪਸ ਲੈ ਕੇ ਆਵਾਂਗੇ ਔਰ ਜਿਹੜੀ ਪੈਨਸ਼ਨ ਸਕੀਮ ਹੈ ਉਹ ਲਾਗੂ ਕਰਕੇ ਰਹਾਂਗੇ। ਅਸੀਂ ਮੁਲਾਜ਼ਮਾਂ ਦੇ ਨਾਲ ਸੀ ਹੈ ਤੇ ਰਹਾਂਗੇ। ਤੇ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਕਿ ਸਾਂਝੀ ਸਮੱਸਿਆ ਕੀ ਹੈ, ਉਹ ਸਾਰੇ ਜਣੇ ਰਲ ਕੇ ਇੱਕ ਮੁਹਾਦ ਖੜਾ ਕਰਨਾ ਚਾਹੀਦਾ ਕੇਂਦਰ ਤੇ ਸਰਕਾਰ ਦੇ ਖਿਲਾਫ, ਜਿਹੜੀ ਕਿ ਸਾਡੇ ਹੱਕ ਮਾਰ ਰਹੀ ਹੈ। ਤੁਹਾਡਾ ਸਾਥ, ਤੁਸੀਂ ਸਾਥ ਦੇਣਾ ਨਾ ਦੇਣਾ ਤੁਹਾਡੀ ਮਰਜ਼ੀ ਹੈ। ਮੈਂ ਉਹੀ ਕਹਿ ਰਿਹਾ, ਤੁਸੀਂ ਉਮੀਦ ਹੈ ਕਿ ਆਨਸਰ ਪੜਿਆ ਹੋਏਗਾ ਜਿਹੜਾ ਲੋਕ ਸਭਾ ਦੇ ਵਿੱਚ ਦਿੱਤਾ ਗਿਆ। ਕਨਵੇ ਕਿਉਂ ਨਹੀਂ ਕੀਤਾ ਇੱਕ ਵਾਰੀ ਵੀ ਸੈਂਟਰ ਨੂੰ? ਇਹਨਾਂ ਨੂੰ ਇਹਨਾਂ ਪੁੱਛੋ ਵੀ ਸੈਂਟਰ ਨੂੰ 9 ਮਹੀਨਿਆਂ 'ਚ ਇੱਕ ਵਾਰੀ ਵੀ ਕਿਹਾ ਕਿਉਂ ਨਹੀਂ ਵੀ ਅਸੀਂ ਓਪੀਐਸ ਇੰਪਲੀਮੈਂਟ ਕਰਾਂਗੇ? ਇਹ ਗੱਲ ਦਾ ਜਵਾਬ ਦੇ ਦਿਓ।
ਕਾਨੀਆਂ ਗੱਲਾਂ ਕਰ ਰਹੇ ਹੋ, ਲੋਕ ਸੁਣ ਰਹੇ ਨੇ। ਮੈਂ ਤੁਹਾਨੂੰ ਕਿਹਾ ਜਦੋਂ ਨੋਟੀਫਾਈ ਹੋਏਗਾ ਉਸ ਤੋਂ ਬਾਅਦ ਹੀ ਤਾਂ ਕੇਂਦਰ ਨੂੰ ਜਾਏਗਾ ਨਾ। ਕੀ ਗੱਲਾਂ ਕਰ ਰਹੇ ਹੋ ਤੁਸੀਂ? ਨੋਟੀਫਿਕੇਸ਼ਨ ਹੋਏ 18 ਨਹੀਂ ਨੋਟੀਫਿਕੇਸ਼ਨ ਹੋਏ ਕਿੰਨੇ ਦਿਨ ਹੋ ਗਏ ਦੱਸੋ? ਕਿੰਨੇ ਦਿਨ? ਤੁਸੀਂ ਹਿਮਾਚਲ ਦੇ ਵਿੱਚ ਤੁਸੀਂ 14 ਤੋਂ ਪਹਿਲਾਂ ਚਲੋ ਨੋਟੀਫਿਕੇਸ਼ਨ ਹੋਏ ਕਿੰਨੇ ਦਿਨ ਹੋ ਗਏ? ਬੱਚਿਆਂ ਦੀਆਂ 24 ਦਿਨ ਹੋ ਗਏ ਸਰ, ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕਰਤਾ। ਬੱਚਿਆਂ ਦੀਆਂ ਗੱਲਾਂ ਨਾ ਕਰੋ ਗਰਗ ਸਾਹਿਬ। 18 ਨਵੰਬਰ ਨੂੰ ਤੁਸੀਂ ਕਿਹਾ ਸੀਗਾ ਕਿ ਅੱਜ 12 ਦਸੰਬਰ ਹੋ ਗਈ। ਚੰਨੀ ਜੀ ਨੋਟੀਫਿਕੇਸ਼ਨ ਹੋਏ ਕਿੰਨੇ ਦਿਨ ਹੋ ਗਏ? ਉਹਦੇ ਬਾਵਜੂਦ ਕੋਈ ਕਮਿਊਨੀਕੇਸ਼ਨ ਠੀਕ ਹੈ, ਚਲੋ ਆਪਾਂ ਉਲਝੀਏ ਨਾ ਮਸਲੇ ਦੇ ਵਿੱਚ। ਦਰਅਸਲ ਆਪਾਂ ਅਜਿਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਐਨਪੀਐਸ ਦੀ ਵਜ੍ਹਾ ਦੇ ਨਾਲ ਓਪੀਐਸ ਰੁਕੇਗੀ ਤਾਂ ਨਹੀਂ, ਕਿ 올ਡ ਪੈਨਸ਼ਨ ਸਕੀਮ ਰੁਕ ਤਾਂ ਨਹੀਂ ਜਾਏਗੀ। ਚੰਨੀ ਜੀ ਗੱਲ ਇਹ ਹੈ ਗੌਰਵ ਜੀ, ਗੱਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਐਨਪੀਐਸ ਦਾ ਕੰਟਰੀਬਿਊਸ਼ਨ ਗਵਰਨਮੈਂਟ ਆਫ ਇੰਡੀਆ ਜਿਹੜੀ ਪੈਨਸ਼ਨ ਫੰਡ ਡਿਵੈਲਪਮੈਂਟ ਰੈਗੂਲੇਟਰੀ ਅਥਾਰਟੀ ਹੈ ਜੀ, ਉਹਦੇ ਕੋਲ ਹੈਗਾ। ਉਹਨਾਂ ਨੇ ਵੀ ਆਪਣੇ ਜੇਬ 'ਚ ਨਹੀਂ ਰੱਖਿਆ ਹੋਇਆ, ਉਹ ਪੈਸਾ ਆਲਰੇਡੀ ਇਨਵੈਸਟਡ ਹੈ। 2004 ਦੇ ਵਿੱਚ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇਹ ਸਕੀਮ ਕੋਈ ਲੋਕ ਪਾਪੂਲਿਜ਼ਮ ਵਾਸਤੇ, ਵੋਟਾਂ ਵਾਸਤੇ, ਜਿਵੇਂ ਇਹਨਾਂ ਨੇ ਹਿਮਾਚਲ 'ਚ ਵੀ ਕਹੀ, ਤੇ ਹਿਮਾਚਲ ਵਾਲੀ ਗੱਲ ਇਹਨਾਂ ਦੀ ਕਿੱਥੇ ਗਈ? ਉੱਥੇ ਛੱਡ ਕੇ ਮੈਦਾਨ ਭੱਜ ਗਏ। ਠੀਕ ਹੈ, ਫਿਰ ਇਹ ਉੱਥੇ ਪਹੁੰਚ ਗਏ ਆਪਣੇ ਗੁਜਰਾਤ 'ਚ, ਉੱਥੇ ਵੀ ਇਹਨਾਂ ਨੇ ਕਹੀ। ਤੇ ਇਹਨਾਂ ਦੇ ਮੇਰੇ ਖਿਆਲ ਇੱਕ ਤਾਂ ਐਮਐਲਏ ਆ ਹੀ ਰਿਹਾ, ਬਾਕੀ 4 ਵੀ ਤਿਆਰੀ 'ਚ ਕਰ ਰਹੇ ਨੇ ਵੀ ਸਾਰੇ ਭੱਜੇ ਦੇ ਭੱਜੇ ਬੀਜੇਪੀ 'ਚ ਆ ਜਾਣਗੇ। ਇਹਨਾਂ ਨੂੰ ਇਹ ਨਹੀਂ ਸਮਝ ਵੀ ਅਸੀਂ ਕਰਨਾ ਕੀ ਹੈ ਤੇ ਕਿਹੜੀ ਚੀਜ਼ ਵਾਇਬਲ ਹੈ ਕਿਹੜੀ ਨਹੀਂ ਵਾਇਬਲ। ਇੱਕ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਵੀ ਤੁਹਾਡੀ ਪੰਜਾਬ ਸਰਕਾਰ ਦੀ ਜੇਬ 'ਚ ਜੋ ਮਰਜ਼ੀ ਤੁਸੀਂ ਇੱਕ ਮਿੰਟ ਜੋ ਜੇਬ 'ਚ ਤੁਹਾਡੀ ਤੁਸੀਂ ਜਿਹਨੂੰ ਮਰਜ਼ੀ ਦਿਓ। ਇੱਕ ਚੀਜ਼ ਹੈਗਾ ਵੀ ਤੁਸੀਂ ਕਿਸੇ ਤੋਂ ਰਿਲੀਜ਼ ਕਰਵਾ ਕੇ ਦੇਣੀ ਹੈ ਗੌਰਵ ਜੀ। ਤੁਸੀਂ ਫਿਰ ਉਹਨਾਂ ਨੂੰ ਪਹਿਲਾਂ ਗੱਲ ਕਰੋ ਵੀ ਰਿਲੀਜ਼ ਹੁੰਦੀ ਹੈ ਕਿ ਨਹੀਂ। ਫਿਰ ਤੁਹਾਨੂੰ ਪਤਾ ਹੋਵੇ ਜੇ ਇਹਨਾਂ ਨੇ ਆਪਣੇ ਆਪ ਨੋਟੀਫਿਕੇਸ਼ਨ ਇਸ਼ੂ ਕਰਤੀ, ਠੀਕ ਹੈ, ਤੇ ਫਿਰ ਹੁਣ ਦਿੰਦੇ ਕਿਉਂ ਨਹੀਂ? ਦੇਣ ਹੁਣ ਕਿਉਂ ਗਵਰਨਮੈਂਟ ਵੀ ਨਹੀਂ ਭੱਜੇ ਫਿਰਦੇ? ਇਹ ਜਿਹੜੀਆਂ ਚੀਜ਼ਾਂ ਨੇ ਕੰਟੀਨਿਊਟੀ ਦੇ ਵਿੱਚ ਸਰਕਾਰਾਂ ਤੇ ਸੈਂਟਰ ਸਰਕਾਰ ਚੱਲਦੀ ਹੈ। ਇਹ ਤਾਂ ਉਦੋਂ ਜੰਮੇ ਵੀ ਨਹੀਂ ਸੀ ਜਦੋਂ ਦੇ ਫੈਸਲੇ ਹੋਏ ਨੇ 2000 ਤੇ 2004 ਤੇ ਗੱਲਾਂ ਹੀ ਅੱਜ ਕਰਦੇ ਨੇ। ਤੁਸੀਂ ਇਹ ਸਿਰਫ ਵੋਟਾਂ ਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ, ਇਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਸਕੀਮ ਇਹਨਾਂ ਤੋਂ ਲਾਗੂ ਨਹੀਂ ਹੋਣੀ। ਇਹਨਾਂ ਨੂੰ ਇਹ ਹੈਗਾ ਕਿ 2004 ਦਾ ਜਿਹੜਾ ਬੰਦਾ 2030 ਤੋਂ ਪਹਿਲਾਂ ਰਿਟਾਇਰ ਨਹੀਂ ਹੋਣਾ। ਸਾਨੂੰ ਜਿਹੜਾ 17,000 ਕਰੋੜ ਰੁਪਇਆ ਉੱਥੇ ਪਿਆ ਉਹ ਸਾਨੂੰ ਮਿਲ ਜੂਗਾ, ਔਰ ਅਸੀਂ ਜਿਹੜੀ ਸਾਡੀ ਕੰਟਰੀਬਿਊਸ਼ਨ ਹੋਣੀ ਹੈ 14% ਉਹ ਸਾਡੀ ਬੰਦ ਹੋ ਜੂਗੀ ਤੇ ਸਾਨੂੰ ਉਹ ਪੈਸਾ ਇੱਥੇ ਖਜ਼ਾਨੇ 'ਚ ਆ ਜਾਏਗਾ। ਇੰਨੀ ਕੁ ਗੱਲ ਹੈ। ਇਹ ਜਿਹੜਾ ਅਸਲੀ ਮੁੱਦਾ ਹੋਣਾ ਹੈ ਉਹ 2030 ਚ ਹੋਣਾ, ਜਦੋਂ ਕਿਸੇ ਦੀ ਪੈਨਸ਼ਨ ਕੈਲਕੂਲੇਟ ਹੋਣੀ ਹੈ ਤੇ ਉਹਨੂੰ ਪੇਮੈਂਟ ਹੋਣੀ ਹੈ। ਇਹ ਉਦੋਂ ਦੀ ਜ਼ਿੰਮੇਵਾਰੀ ਹੈ, ਉਹਦਾ ਸਿਰਦਰਦੀ ਹੈ। ਇਹ ਤਾਂ ਫਾਇਦੇ ਦੀ ਗੱਲ ਕਰੀ ਜਾਂਦੇ। ਲੋਕ ਉਹੀ ਸਮਝਣਾ ਚਾਹੁੰਦੇ ਨੇ ਕਿ ਜੇ ਸਰਕਾਰ ਦੇ ਕੋਲ ਪੈਸਾ ਹੈ ਤਾਂ ਤੁਸੀਂ ਕਹਿ ਰਹੇ ਹੋ ਕੋਈ ਤਜਵੀਜ਼ ਨਹੀਂ। ਮੈਂ ਗਰਗ ਸਾਹਿਬ ਨੂੰ ਚੰਨੀ ਜੀ ਪੁੱਛ ਰਿਹਾ ਸੀ ਕਿ ਦੱਸ ਦਿਓ ਕਿਹੜਾ ਕਾਨੂੰਨ ਹੈ ਜਿਸ ਦੇ ਤਹਿਤ ਤੁਸੀਂ ਪੈਸਾ ਮੰਗ ਰਹੇ ਹੋ। ਤਾਂ ਸਰ ਮੈਂ ਤੁਹਾਨੂੰ ਵੀ ਪੁੱਛ ਰਿਹਾ ਕਿਹੜਾ ਕਾਨੂੰਨ ਹੈ ਜਿਸ ਦੇ ਤਹਿਤ ਤੁਸੀਂ ਲੋਕਾਂ ਦਾ ਪੈਸਾ ਰੋਕ ਰਹੇ ਹੋ? ਦੇਖੋ ਅਸੀਂ ਤਾਂ ਇੱਕ ਕੋਈ ਲੋਕ ਚੁੱਕ ਕੇ ਨਹੀਂ ਕੀਤਾ। ਇੱਕ ਗੱਲ ਸਟੇਟਾਂ ਦੀਆਂ ਸਹਿਮਤੀਆਂ ਦੇ ਨਾਲ ਸੈਕਟਰ ਦੇ ਆਪ ਦੇ ਪਤਾ ਨਹੀਂ ਕਿੰਨੇ ਕੁ ਮੁਲਾਜ਼ਮ ਹੈ, ਉਹਨਾਂ ਦੀ ਸਾਰਿਆਂ ਵਾਸਤੇ ਇੱਕ ਫੈਸਲਾ ਕੀਤਾ। ਉਦੋਂ ਦੀ ਜਿਹੜੀ ਕਾਂਗਰਸ ਪਾਰਟੀ ਸੀ, ਯੂਪੀਐਸਸੀ ਜਾਂ ਐਨਡੀਏ ਸੀ, ਉਹ ਫੈਸਲਾ ਲਾਗੂ ਹੋ ਗਿਆ। ਇਹਨਾਂ ਨੇ ਹੁਣ ਕੋਈ ਲਿਖਾ ਪੜ੍ਹੀ ਨਹੀਂ ਕੀਤੀ, ਕਿਸੇ ਨਾਲ ਮੀਟਿੰਗ ਨਹੀਂ ਕੀਤੀ ਕਿ ਪੈਸੇ ਸਾਨੂੰ ਮਿਲ ਸਕਦੇ ਕਿ ਨਹੀਂ, ਕਿਵੇਂ ਮਿਲਣਗੇ, ਕਦੋਂ ਮਿਲਣਗੇ, ਕਦੋਂ ਕਿੱਥੇ ਇਨਵੈਸਟ ਕੀਤੇ ਨੇ ਉਦੋਂ ਕਦੋਂ ਵਾਪਸ ਆਣਗੇ, ਉਹਦੀ ਕੀ ਜਿਹੜੀ ਹੈਗੀ ਹੈ ਪੋਸਿਬਿਲਿਟੀ ਹੈ ਵਾਪਸ ਆਉਣ ਦੀ ਜਾਂ ਨਾ ਆਉਣ ਦੀ। ਇਹਨਾਂ ਨੇ ਇੱਕ ਪਹਿਲਾਂ ਤਾਂ ਤੁਸੀਂ ਇਹ ਦੇਖੋ, ਮੁਲਾਜ਼ਮਾਂ ਨੇ ਜਦੋਂ ਇਹ ਰੌਲਾ ਪਾਇਆ ਵੀ ਅਸੀਂ ਹਿਮਾਚਲ ਜਾ ਕੇ ਰੈਲੀਆਂ ਕਰਾਂਗੇ, ਅਸੀਂ ਗੁਜਰਾਤ ਜਾ ਕੇ ਰੈਲੀਆਂ ਕਰਾਂਗੇ, ਫਿਰ ਇਹਨਾਂ ਨੇ ਪਹਿਲੇ ਨੋਟੀਫਿਕੇਸ਼ਨ ਦੇ ਵੱਲੋਂ ਕੀ ਲਿਖਿਆ ਕਿ ਅਸੀਂ ਜੀ ਕਰਤਾ। ਦੂਜੀ 'ਚ ਕੀ ਲਿਖਿਆ? ਉਹਦੇ 'ਚ ਅਜੇ ਤੱਕ ਕੋਈ ਇਹਨਾਂ ਦੀ ਨੋਟੀਫਿਕੇਸ਼ਨ ਇਹੋ ਜਿਹੀ, ਇੱਕ ਤੱਕ ਚਲੋ ਕੋਈ ਮੁਲਾਜ਼ਮ ਹੀ ਨਹੀਂ ਹੈਗਾ ਜਿਹਨੇ ਪੈਸੇ ਲੈਣੇ ਨੇ, ਉਹ ਤਾਂ ਪੈਨਸ਼ਨ ਵੇਲੇ ਲੈਣੇ ਨੇ, ਉਹਦਾ ਰੌਲਾ ਪਊਗਾ। ਪਰ ਇਹਨਾਂ ਦੇ ਕੋਲੇ ਕੋਈ ਲਿਖਤ ਪੜਤ, ਕੋਈ ਸਕੀਮ, ਕੋਈ ਕੈਲਕੂਲੇਸ਼ਨ ਨਹੀਂ ਹੈਗੀ, ਕੋਈ ਇਹਨਾਂ ਕੋਲੇ ਦਲੀਲ ਨਹੀਂ ਹੈਗੀ ਕਿ ਜਿਹਦੇ ਨਾਲ ਕਹਿ ਸਕੇ ਵੀ ਅਸੀਂ ਇਸ ਵੇਸ ਤੇ ਜਦ ਫਿਰ ਆਪਦੇ ਪੈਰਾਂ ਤੇ। ਜੇ ਇਹਨਾਂ ਨੇ ਸੈਂਟਰ ਨੂੰ ਪੁੱਛ ਕੇ ਨੋਟੀਫਿਕੇਸ਼ਨ ਨਹੀਂ ਕੀਤੀ ਤੇ ਹੁਣ ਕਰ ਦੇਣ ਲਾਗੂ ਡੇਢ ਪੈਸੇ। ਠੀਕ ਹੈ, ਮੈਂ ਇੱਕ ਵਾਰੀ ਬਰਾੜ ਸਾਹਿਬ ਦਾ ਰੁਖ ਕਰਦਾ ਤੇ ਇਸ ਵਿਚਾਲੇ ਮੈਂ ਗਰਗ ਸਾਹਿਬ ਤੁਹਾਡੇ ਕੋਲ ਆਉਂਗਾ, ਇੱਕ ਇੱਕ ਕਰਕੇ ਜਵਾਬ ਦਿੰਦੇ ਰਹੋ। ਮੈਂ ਤਾਂ ਹੀ ਕਹਿ ਰਿਹਾ ਥੋੜਾ ਛੋਟਾ ਜਵਾਬ ਰੱਖੋ ਤਾਂ ਕਿ ਬਾਰ-ਬਾਰ ਮੈਂ ਸਾਰੇ ਮਹਿਮਾਨਾਂ ਦਾ ਰੁਖ ਕਰ ਸਕਾਂ। ਬਰਾੜ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ, ਉਸ ਤੋਂ ਬਾਅਦ ਸਵਾਲ। ਦੇਖੋ ਇੱਕ ਗੱਲ ਆ, ਮੈਂ ਕਾਂਗਰਸ ਦੇ ਪ੍ਰਵਕਤਾ ਨੂੰ ਵੀ ਇਹਨੂੰ ਦੱਸੂਗਾ ਕਿ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਸੀਗੀ ਔਰ ਉਹਨਾਂ ਨੇ ਇਹ ਲਾਗੂ ਕੀਤਾ। ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾਗਾ। ਦੂਜੀ ਮੈਂ ਬੇਨਤੀ ਕਰਾਂ ਕਿ ਗਰਗ ਸਾਹਿਬ ਨੇ ਬੜੇ ਡੰਕੇ ਦੀ ਚੋਟ ਤੇ ਕਿਹਾ ਕਿ ਜਿਹੜੀ ਅਸੀਂ ਪੈਨਸ਼ਨ ਸਕੀਮ ਹੈ ਇਹ ਆਪਣੇ ਬਲਬੂਤੇ ਤੇ ਲਾਗੂ ਕਰਾਂਗੇ। ਇਹ ਚੰਗੀ ਗੱਲ ਆ, ਜਿਹੜਾ ਨੋਟੀਫਿਕੇਸ਼ਨ ਕੀਤਾ ਉਹਦੇ ਤੇ ਖੜਨਾ ਚਾਹੀਦਾ। ਪਰ ਜਿਹੜਾ ਸੈਂਟਰ ਤੋਂ ਪੈਸਾ ਮੰਗਣਾ, ਜਿਹੜਾ ਆਰਡੀਐਫ ਦਾ ਉਹ ਬਿਨਾਂ ਵਜ੍ਹਾ ਰੋਕਿਆ, ਇਸ ਗੱਲ ਦੇ ਲਈ ਨਿੰਦਾ ਕਰਦੇ ਆ। ਔਰ ਜਿਹੜਾ ਇਹ ਪੈਸਾ ਹੈ ਸੈਂਟਰ ਤੋਂ ਜੇ ਕੋਈ ਮੁਲਾਜ਼ਮਾਂ ਵਾਲਾ ਮੰਗਣਾ, ਇਹ ਵੀ ਤੁਰੰਤ ਭੇਜਣਾ ਚਾਹੀਦਾ ਸੀ। ਇਹ ਲੇਟ ਲਤੀਫੀ ਜਿਹੜੀ ਹੈਗੀ ਨਾ, ਜਿਵੇਂ ਇੱਕ ਕੱਚੇ ਮੁਲਾਜ਼ਮਾਂ ਦਾ 5 ਸਤੰਬਰ ਨੂੰ ਆਰਡਰ ਕਰਤਾ ਮੁੱਖ ਮੰਤਰੀ ਸਾਹਿਬ ਨੇ ਵੀ ਰੈਗੂਲਰ ਕੀਤੇ ਜਾਂਦੇ ਆ,
7 ਅਕਤੂਬਰ ਨੂੰ 1 ਮਹੀਨਾ 2 ਦਿਨ ਬਾਅਦ ਜਾ ਕੇ ਨੋਟੀਫਿਕੇਸ਼ਨ ਜਾਰੀ ਹੁੰਦਾ, 1 ਮਹੀਨਾ 2 ਦਿਨ ਬਾਅਦ। ਔਰ 7 ਅਕਤੂਬਰ ਤੋਂ ਅੱਜ 12 ਦਸੰਬਰ 'ਚ ਬੈਠੇ ਆ, ਆਰਡਰ ਉਹਨਾਂ ਨੂੰ ਹਲੇ ਨਹੀਂ ਮਿਲੇ। ਇਹ ਸਰਕਾਰ ਦੀ ਜਿਹੜੀ ਲੇਟ ਲਤੀਫੀ ਹੈ ਨਾ, ਇਹ ਵੀ ਨੁਕਸਾਨ ਕਰਦੀ ਹੈ, ਕਿਉਂਕਿ ਸੂਬਾ ਇਹਦੇ ਨਾਲ ਪਿੱਛੇ ਰਹਿੰਦਾ। ਕੋਈ ਫੈਸਲਾ ਹੁੰਦਾ ਤੁਰੰਤ ਇੰਪਲੀਮੈਂਟ ਹੋਣਾ ਚਾਹੀਦਾ ਹੈ। ਇਸ ਕਰਕੇ ਜਿਹੜੀਆਂ ਪੈਨਸ਼ਨ ਦੇ ਪ੍ਰਤੀ ਕਿਸੇ ਜਥੇਬੰਦੀਆਂ ਦੇ ਖਦਸ਼ੇ ਆ, ਕੋਈ ਵੀ ਤੁਹਾਡਾ ਵਿੱਤ ਮੰਤਰੀ ਸਾਹਿਬ ਜਾਂ ਵਿੱਤ ਸੈਕਟਰੀ ਸਾਹਿਬ ਜਥੇਬੰਦੀਆਂ ਨੂੰ ਬੁਲਾ ਕੇ ਤੇ ਉਹਦਾ ਸਪਸ਼ਟ ਕਰਨ ਤੇ ਤੁਰੰਤ ਇਸ ਸਕੀਮ ਨੂੰ ਲਾਗੂ ਕਰਨ। ਔਰ ਜੇ ਮੈਂ ਬਾਰ-ਬਾਰ ਮੰਗ ਕਰੂੰਗਾ ਕਿ ਕੇਂਦਰ ਸਰਕਾਰ ਤੋਂ ਗੱਲਾਂ ਬਾਤਾਂ, ਮੈਂ ਬੇਨਤੀ ਕਰਾਂ ਕਿ ਸੀਨੀਅਰ ਹੈਗੇ ਆ, ਵੱਡੇ ਹੈਗੇ ਆ ਚੰਨੀ ਸਾਹਿਬ, ਗੱਲਾਂ ਬਾਤਾਂ ਬਹੁਤ ਹੈ, ਪਰ ਜਿੱਥੇ ਸਟੇਟ ਦਾ ਪੈਸਾ ਕੋ ਰੁਕਦਾ ਉਹ ਬੜੇ ਦੁੱਖ ਦੀ ਗੱਲ ਹੈ। ਕਿਰਪਾ ਕਰਕੇ ਪਾਰਟੀ ਦੇ ਵਿੱਚ ਗੱਲ ਕਰਕੇ ਤੁਰੰਤ ਜਾਰੀ ਕਰਵਾਓ। ਨਹੀਂ ਬਰਾੜ ਸਾਹਿਬ, ਮੈਂ ਦੋ ਚੀਜ਼ਾਂ ਤੁਹਾਡੇ ਤੋਂ ਸਮਝਣੀਆਂ ਚਾਹੁੰਦਾ। ਇੱਕ ਪਾਸੇ ਤਾਂ ਬੀਜੇਪੀ ਕਹਿ ਰਹੀ ਹੈ ਕਿ ਇਹ ਸਭ ਸਿਆਸਤ ਦੇ ਲਈ ਹੋ ਰਿਹਾ ਹੈ, ਕਿ ਆਪਣੀ ਸਰਕਾਰ ਬਣਾਉਣ ਦੇ ਲਈ ਜਾਂ ਫਿਰ ਵੋਟਰਾਂ ਤੱਕ ਪਹੁੰਚ ਕਰਨ ਦੇ ਲਈ। ਲੱਗਦਾ ਅਕਾਲੀ ਦਲ ਨੂੰ ਵੀ ਕਿ ਇਹੀ ਇੱਕ ਕਲਚਰ ਸ਼ੁਰੂ ਹੋ ਗਿਆ ਕਿ ਪ੍ਰਵਾਹ ਨਾ ਕਰੋ ਖਜ਼ਾਨੇ ਦੀ, ਬਸ ਵੰਡਣ ਦੇ ਉੱਤੇ ਫੋਕਸ ਕਰੋ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਪੈਸੇ ਵੰਡ ਦੇਣੇ ਆ। ਦੂਜਾ ਪੁਆਇੰਟ ਜਿਹੜਾ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ, ਜਿਹੜਾ ਤੁਸੀਂ ਵੀ ਜ਼ਿਕਰ ਇਨਫੈਕਟ ਕਰ ਰਹੇ ਹੋ ਕਿ ਸੈਂਟਰ ਦੀ ਸਰਕਾਰ ਨੂੰ ਪੈਸਾ ਦੇਣਾ ਚਾਹੀਦਾ ਹੈ, ਤੁਹਾਨੂੰ ਲੱਗਦਾ ਹੈ ਕਿ ਜੇ 24-25 ਦਿਨ ਪ੍ਰਪੋਜ਼ਲ ਨਹੀਂ ਗਿਆ ਸੈਂਟਰ ਦੀ ਸਰਕਾਰ ਤੱਕ ਜਾਂ ਇਨਫੋਰਮੇਸ਼ਨ ਨਹੀਂ ਗਈ ਤਾਂ ਉਸ ਦਾ ਇੰਪੈਕਟ ਪੈ ਸਕਦਾ ਹੈ ਔਰ ਐਨਪੀਐਸ ਦਾ ਪੈਸਾ ਮਿਲਣ ਦੇ ਵਿੱਚ ਦੇਰੀ ਜਾਂ ਫਿਰ ਨਾ ਹੋ ਸਕਦੀ ਹੈ? ਕਿਉਂਕਿ ਆਲਰੇਡੀ ਪ੍ਰਪੋਜ਼ਲ ਸੀ ਰਾਜਸਥਾਨ ਦੇ, ਛੱਤੀਸਗੜ੍ਹ ਦੇ, ਪਰ ਉਹਨਾਂ ਨੂੰ ਵੀ ਨਾ ਹੀ ਮਿਲੀ ਹੈ। ਦੇਖੋ, ਮੈਂ ਲੇਟ ਲਤੀਫੀ ਦੀ ਗੱਲ ਆ, ਮੈਂ ਟੀਕਾ ਟਿੱਪਣੀ ਕਰਤੀ ਹੈ ਸਰਕਾਰ ਦੀ ਕਿ ਹਰ ਗੱਲ 'ਚ। ਮੈਂ ਤਾਂ ਇੱਕ ਹੋਰ ਗੱਲ ਦੀ ਵੀ ਉਦਾਹਰਨ ਦੇਤੀ ਹੈ। ਇਹ ਲੇਟ ਲਤੀਫੀ ਹੈਗੀ ਹੈ, ਇਹਦੇ 'ਚ ਕੋਈ ਦੌਰਾ ਨਹੀਂ। ਪਰ ਮੇਰੀ ਇਹ ਕਹੇਗੀ ਕਿ ਦੂਜੀਆਂ ਸਟੇਟਾਂ ਦਾ ਜਿਵੇਂ ਰੱਦ ਹੋ ਗਿਆ, ਰੱਦ ਤਾਂ ਕੇਂਦਰ ਸਰਕਾਰ ਨੇ ਇਹ ਵੀ ਕਰ ਦੇਣਾ ਜੋ ਹਾਲਾਤ ਦੱਸੀ ਜਾਂਦੇ ਆ। ਜਿਹੜਾ ਲੋਕ ਸਭਾ ਦਾ ਜਵਾਬ ਹੈ, ਐਦੋਂ ਤਾਂ ਵੱਡੀ ਥਾਂ ਹੈ ਨਹੀਂ ਸਾਡੇ ਜਵਾਬ ਦੇਣ ਵਾਲੀ, ਤੇ ਉੱਥੇ ਹੀ ਜਦੋਂ ਜਵਾਬ ਮਿਲ ਗਿਆ, ਹੁਣ ਤਾਂ ਪੰਜਾਬ ਦੀ ਸਰਕਾਰ ਨੂੰ ਆਪਣੇ ਬਲਬੂਤੇ ਤੇ ਲਾਗੂ ਕਰਨੀ ਪੈਣੀ ਹੈ। ਇਹ ਗੱਲ ਵੱਡੀ ਹੈ। ਤੇ ਰਹੀ ਗੱਲ ਵੋਟਾਂ ਦੇ ਮਾਰੇ, ਤੇ ਫਿਰ ਵੋਟਾਂ ਦੇ ਮਾਰੇ ਤਾਂ ਆਪਾਂ ਬਹੁਤ ਕੁਝ ਗਿਣ ਸਕਦੇ ਆ। ਆ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਕਹੀ ਹੈ ਕਿ ਆਰਟੀਆਈ ਦੇ ਮੁਤਾਬਕ 10.5 ਲੱਖ ਕਰੋੜ ਮਾਫ ਕੀਤਾ। ਹੁਣ ਨਾ ਹੀ ਚੰਨੀ ਸਾਹਿਬ ਨੇ ਇਹ ਸਪਸ਼ਟ ਕੀਤਾ ਵੀ ਮਾਫ ਕੀਤਾ ਕਿ ਨਹੀਂ ਕੀਤਾ, ਨਾ ਕੋਈ ਗਰਗ ਸਾਹਿਬ ਨੇ ਆਰਟੀਆਈ ਦਿੱਤੀ ਹੈ। ਮੈਂ ਤਾਂ ਬੇਨਤੀ ਕਰਦਾ ਤੁਹਾਡੇ ਰਾਹੀਂ ਮੈਨੂੰ WhatsApp ਤੇ ਵੀ ਭੇਜ ਦਿਓ ਜੇ ਐਸੀ ਕੋਈ ਆਰਟੀਆਈ ਹੈਗੀ ਆ, ਅਸੀਂ ਵੀ ਕੇਂਦਰ ਨੂੰ ਬਾਰ-ਬਾਰ ਸਵਾਲ ਪੁੱਛੀਏ। ਇਸ ਕਰਕੇ ਸਟੇਟਾਂ ਦਾ ਹੱਕ ਜਿਹੜਾ ਬਣਦਾ ਉਹ ਕੇਂਦਰ ਨੂੰ ਗਲਾ ਨਹੀਂ ਕੁੱਟਣਾ ਚਾਹੀਦਾ। ਔਰ ਦੂਜੀ ਗੱਲ ਜਿਹੜੀਆਂ ਵੋਟਾਂ ਦੀ ਗੱਲ ਹੈ, ਕਿਹੜੀ ਗੱਲ 'ਚ ਨਹੀਂ ਕੇਂਦਰ ਵੋਟਾਂ ਦਾ ਕਰਕੇ ਐਲਾਨ ਕਰਦਾ, ਫਿਰ ਆਪਾਂ ਇਸ ਗੱਲ 'ਚ ਪੈ ਜਾਾਂਗੇ ਤਾਂ ਮੁਲਾਜ਼ਮਾਂ ਦੀ ਗੱਲ ਪਿੱਛੇ ਰਹਿ ਜੂਗੀ। ਅੱਜ ਸਵਾਲ ਇਹ ਹੈ, ਭਾਵੇਂ ਕੇਂਦਰ ਦੀ ਸਰਕਾਰ ਹੈ, ਜਿੱਥੇ ਕੋਈ ਵੋਟਾਂ ਦਾ ਫਾਇਦਾ ਹੁੰਦਾ ਉੱਥੇ ਆ UCC ਵਰਗੇ ਨਵੇਂ ਮੁਰਦੇ ਉਖਾੜ ਕੇ ਤੇ ਨਵੀਆਂ ਗੱਲਾਂ ਕੀਤੀ ਜਾ ਰਹੀਆਂ। ਜੇ ਕੋਈ ਸਟੇਟਾਂ ਦੀ ਸਰਕਾਰ ਹੈ ਤਾਂ ਉਹ ਵੀ ਹੈ। ਇਹ ਵੀ ਇੱਕ ਸਰਬ ਪਾਰਟੀ ਮੀਟਿੰਗ ਬੁਲਾ ਲੈਣ ਪ੍ਰਧਾਨ ਮੰਤਰੀ ਸਾਹਿਬ, ਤੇ ਸਰਬ ਪਾਰਟੀ ਮੀਟਿੰਗ 'ਚ ਇੱਕ ਤੈਅ ਕਰ ਲੈਣ। ਇਲੈਕਸ਼ਨ ਕਮਿਸ਼ਨ ਨੇ ਪਹਿਲ ਕੀਤੀ ਹੈ ਕਿ ਮੰਨ ਲਓ ਤੁਸੀਂ ਕੋਈ ਮਾਫੀ ਦੇਣੀ ਹੈ, ਉਹਦੇ ਲਈ ਪੈਸੇ ਕਿੱਥੋਂ ਆਉਣਗੇ, ਕਿਹੜੀ ਤਰੀਕ ਤੋਂ ਲਾਗੂ ਕਰੋਗੇ, ਇਹ ਅਗਲੀ ਵਾਰ ਤੋਂ ਮੈਨੀਫੈਸਟੋ 'ਚ ਬਣਾ ਕੇ ਭੇਜੋ। ਅਸੀਂ ਤਾਂ ਪਾਰਟੀ ਨੂੰ ਲਿਖ ਕੇ ਭੇਜਿਆ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ, ਔਰ ਸਮੇਂ ਦੇ ਮੁਤਾਬਕ ਜੇ ਪੂਰਾ ਨਾ ਹੋਵੇ ਤੇ 6 ਸਾਲ ਲਈ ਘੱਟੋ-ਘੱਟ ਉਸ ਪਾਰਟੀ ਨੂੰ ਬਾਹਰ ਕਰਨਾ ਚਾਹੀਦਾ। ਇਸ ਕਰਕੇ ਜੇ ਇਹਨਾਂ ਗੱਲਾਂ ਤੇ ਡਿਬੇਟ ਕਰਨੀ ਹੈ ਤਾਂ ਬੜੀ ਲੰਮੀ ਚੌੜੀ ਹੋ ਸਕਦੀ ਹੈ। ਜੇ ਸਾਰੀਆਂ ਪਾਰਟੀਆਂ ਪਹਿਲ ਕਰਨ ਇੱਕ ਪਲੇਟਫਾਰਮ ਤੇ ਬੈਠ ਕੇ ਫੈਸਲਾ ਕਰ ਲੈਣ, ਇਲੈਕਸ਼ਨ ਕਮਿਸ਼ਨ ਕੋਈ ਫੈਸਲਾ ਕਰ ਦੇ, ਤਾਂ ਰੁਕ ਸਕਦੇ ਨੇ। ਸਾਰੀ ਇਸ ਗੱਲ ਹੈ ਜੇ ਓਪੀਐਸ ਦਾ ਫਾਇਦਾ EMPLOYEES ਨੂੰ ਪਹੁੰਚੇਗਾ ਤਾਂ ਇਲੈਕਸ਼ਨ 'ਚ ਉਸ ਦਾ ਅਸਰ ਨਜ਼ਰ ਆ ਸਕਦਾ ਹੈ। ਕਿਉਂਕਿ ਜਿਹੜੇ ਵਾਅਦਿਆਂ ਦਾ ਜ਼ਿਕਰ ਹੋਇਆ 1000 ਵਾਲੇ ਵਾਅਦੇ ਦਾ ਜਾਂ ਯੂਨਿਟ ਦਾ, ਤੇ ਕਿਹਾ ਜਾ ਰਿਹਾ ਕਿ ਇਲੈਕਸ਼ਨ ਦੇ ਵਿੱਚ ਉਸ ਦਾ ਅਸਰ ਨਜ਼ਰ ਆਇਆ। ਮੈਂ ਚੰਨੀ ਜੀ ਤੋਂ ਇੱਕ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਖੜਿਆਲ ਸਾਹਿਬ ਤੁਹਾਡੇ ਕੋਲ ਆਉਣਾ। ਚੰਨੀ ਜੀ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਕਹਿੰਦੇ ਫਿਰ ਤਾਂ ਹਰ ਇੱਕ ਦਾ ਮੈਨੀਫੈਸਟੋ ਚੁੱਕ ਲਓ, ਚਾਹੇ ਉਹ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਵਾਲੀ ਪਾਰਟੀ ਹੋਵੇ ਜਾਂ ਵਿਰੋਧੀ ਤਰ੍ਹਾਂ ਦੀਆਂ ਮੈਨੀਫੈਸਟੋਜ਼ ਹੋਣ, ਸਭ ਦੇ ਵਿੱਚ ਵਾਅਦੇ ਨੇ, ਸਭ ਦੇ ਵਿੱਚ ਲੋਕਾਂ ਦੇ ਲਈ ਬਹੁਤ, ਤੁਸੀਂ ਕਹਿ ਸਕਦੇ ਹੋ ਕਿ ਫ੍ਰੀ ਬੀਜ਼ ਦੀਆਂ ਕੁਝ ਐਲਾਨ ਹੁੰਦੇ ਨੇ। ਦੇਖੋ ਗੌਰਵ ਜੀ, ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜੇ ਉਹ ਹੁੰਦੀਆਂ ਨੇ, ਇੱਕ ਤਾਂ ਇਹ ਦੇਖਣਾ ਚਾਹੀਦਾ ਤੁਹਾਨੂੰ, ਚਾਹੇ ਸਟੇਟ ਹੈ ਚਾਹੇ ਸੈਂਟਰ ਹੈ, ਕਿ ਤੁਹਾਡੀ ਜੇਬ 'ਚ ਕੀ ਹੈ। ਜਿਹੜਾ ਤੁਹਾਡੀ ਜੇਬ 'ਚ ਹੈਗਾ ਉਹਦੇ ਮੁਤਾਬਕ ਤੁਸੀਂ ਜੋ ਮਰਜ਼ੀ ਵਾਅਦਾ ਕਰੋ, ਕੋਈ ਹਰਜ ਨਹੀਂ, ਜ਼ਰੂਰ ਕਰਨਾ ਚਾਹੀਦਾ। ਲੋਕਾਂ ਦੇ ਪੈਸੇ ਲੋਕਾਂ 'ਚ ਜਾਣੇ ਚਾਹੀਦੇ ਨੇ, ਵੈਲਫੇਅਰ 'ਚ ਵੀ ਜਾਣੇ ਚਾਹੀਦੇ। ਇੱਕ ਹੈਗਾ ਵੀ ਲੋਕਾਂ ਨੇ ਮੰਗਿਆ ਹੀ ਨਹੀਂ, ਤੁਸੀਂ ਉਹ ਵਾਅਦਾ ਕਰਕੇ ਸਟੇਟ ਨੂੰ ਕਰਜ਼ਾਈ ਕਰ ਰਹੇ, ਔਰ ਉਹਦੇ ਵਿੱਚ ਤੁਸੀਂ ਦੇਖੋ ਹੁਣ ਇਹਨਾਂ ਦਾ ਜਿਹੜਾ ਕੈਪੀਟਲ ਤੁਸੀਂ ਚਾਹੁੰਦੇ ਹੋ ਕਿ ਪਹਿਲਾਂ ਪ੍ਰੋਟੈਸਟ ਹੋਣ, ਉਸ ਤੋਂ ਬਾਅਦ ਸੋਚਿਆ ਜਾਵੇ। ਸਰ, ਸੈਂਟਰ ਦਾ ਐਨਪੀਐਸ ਨੂੰ ਲੈ ਕੇ ਰਵੱਈਆ ਤੇ ਕਾਂਗਰਸ ਦੀ ਸਰਕਾਰ ਬਣ ਗਈ ਹਿਮਾਚਲ ਦੇ ਵਿੱਚ ਓਪੀਐਸ ਦੇ ਮੁੱਦੇ ਉੱਤੇ। ਮੈਂ ਉਹੀ ਕਹਿ ਰਿਹਾ ਕਿ ਦੇਖੋ, ਇਹ ਅਸੀਂ ਇੱਕ ਤਾਂ ਜਿੱਥੇ ਤੱਕ ਦਾ ਆਪ ਦੀ ਗੱਲ ਹੈ, ਇਹਦਾ ਸੁਪਨਾ ਲੈਂਦੇ ਆ ਤੇ ਉਹਦੀ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੰਦੇ ਆ। ਉਹਦੇ ਤੇ ਪ੍ਰਪੋਜ਼ਲ ਕਦੋਂ ਬਣਨੀ ਹੈ, ਉਹਦੀਆਂ ਕੋਈ ਨਿਟੀ ਗ੍ਰਿਟੀਜ਼ ਕੈਲਕੂਲੇਸ਼ਨ ਇਹਨਾਂ ਨੂੰ ਪਤਾ ਹੀ ਨਹੀਂ।
ਔਰ ਉਹਦੇ ਚੱਕਰ ਦੇ ਵਿੱਚ ਤੁਸੀਂ ਪਹਿਲਾਂ ਜਿਹੜੀਆਂ ਪਹਿਲਾਂ ਗੱਲਾਂ ਕਰਨੀਆਂ ਹੈਗੀਆਂ ਨੇ ਐਕਸਰਸਾਈਜ਼ ਨੂੰ ਪਹਿਲਾਂ ਕਰੋ, ਉਸ ਤੋਂ ਬਾਅਦ ਫੈਸਲਾ ਕਰੋ। ਉਹਨੇ ਪੈਨਸ਼ਨ ਦੀ ਗੱਲ ਕਰਤੀ, ਕੋਈ ਲਿਖਾ ਪੜ੍ਹੀ ਨਹੀਂ ਕੀਤੀ। ਜੇ ਪ੍ਰਪੋਜ਼ਲ ਅਜੇ ਤੱਕ ਇਹਨਾਂ ਕੋਲੇ ਨਹੀਂ ਪਤਾ ਵੀ ਜੇ ਆਪ ਇੰਪਲੀਮੈਂਟ ਕਰਾਂਗੇ ਤਾਂ ਕਿੱਦਾਂ ਕਰਾਂਗੇ, ਸੈਟਲ ਤੋਂ ਲੈਵਲ ਕਿੱਦਾਂ ਕਰਾਂਗੇ, ਪ੍ਰਪੋਜ਼ਲ ਅਜੇ ਤੱਕ ਨਹੀਂ ਭੇਜੀ। ਤੇ ਮੈਂ ਇਹ ਕਹਿ ਰਿਹਾ ਕਿ ਨੋਟੀਫਿਕੇਸ਼ਨ ਤੋਂ ਇਹ ਐਕਸਰਸਾਈਜ਼ ਗੌਰਵ ਜੀ ਧਿਆਨ ਨਾਲ ਸੁਣੋ, ਇਹ ਗੱਲਾਂ ਪਹਿਲਾਂ ਕਰਨੀਆਂ ਹੁੰਦੀਆਂ ਨੇ। ਨੋਟੀਫਿਕੇਸ਼ਨ ਆਪਦੇ ਲੈਵਲ ਤੇ ਕਰਤੀ, ਹੁਣ ਤੁਸੀਂ ਸੈਂਟਰ ਨਾਲ ਰੌਲਾ ਪਾ ਕੇ ਬਹਿ ਗਏ। ਇਹ ਤਾਂ ਕੋਈ ਗੱਲ ਨਹੀਂ ਬਣਦੀ, ਜਾਂ ਤੁਸੀਂ ਉਹਨਾਂ ਨੂੰ ਪਹਿਲਾਂ ਪੁੱਛੋ। ਅੱਛਾ, ਦੂਜੀ ਗੱਲ ਉਸੇ ਪੁਆਇੰਟ ਦੇ ਉੱਤੇ ਆ ਰਹੇ, ਇਨਫੈਕਟ ਉਹ ਵਾਰ-ਵਾਰ ਇਸ ਚੀਜ਼ ਦਾ ਜ਼ਿਕਰ ਕਰ ਰਹੇ ਕਿ ਅਸੀਂ ਕਿਹਾ ਤਾਂ ਅਸੀਂ ਲਾਗੂ ਕਰਾਂਗੇ। ਖੜਿਆਲ ਸਾਹਿਬ। ਗੌਰਵ ਜੀ, ਪਹਿਲਾਂ ਤਾਂ ਮੈਂ ਇੱਕ ਚੀਜ਼ ਸਪਸ਼ਟ ਕਰਦਾ, ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਕਤਾ ਨੇ ਵੀ ਗਲਤ ਚੀਜ਼ ਕਹੀ ਹੈ ਤੇ ਹੋਰ ਕੁਝ ਪੈਨਲਿਸਟ ਨੇ ਵੀ। ਇਹ ਕਹਿਣਾ ਗਲਤ ਹੈ ਵੀ ਕਾਂਗਰਸ ਪਾਰਟੀ ਨੇ ਓਪੀਐਸ ਨੂੰ ਪਰੇ ਕੀਤਾ ਤੇ ਐਨਪੀਐਸ ਨੂੰ ਲਿਆਤਾ। ਇਹ ਵਾਜਪਾਈ ਸਾਹਿਬ ਦੀ ਸਰਕਾਰ ਸੀਗੀ, ਦਸੰਬਰ 2003 ਦੇ ਵਿੱਚ ਇਹਨਾਂ ਨੇ ਪੰਜਾਬ 'ਚ ਕਿਸ ਦੀ ਸਰਕਾਰ ਸੀ ਜੀ? ਪੰਜਾਬ 'ਚ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਹੈ। ਇੱਕ ਮਿੰਟ ਵਿੱਚ ਨਾ ਬੋਲੋ ਬਰਾੜ ਸਾਹਿਬ। ਸੋ 2000 ਮੇਰੀ ਇੱਕ ਮਿੰਟ ਸੁਣ ਲਓ ਬਰਾੜ ਸਾਹਿਬ, ਵਿੱਚ ਨਾ ਬੋਲੋ। ਕੈਪਟਨ ਸਾਹਿਬ ਪਹਿਲਾਂ ਤਾਂ ਇੱਥੇ ਪਾਰਟੀ ਚ ਹੈ ਨਹੀਂ, ਉਹ ਬੀਜੇਪੀ ਚ ਨੇ। ਦੂਜੀ ਗੱਲ, ਓਪੀਐਸ ਦੀ ਗੱਲ ਜਿਹੜੀ ਹੈ ਉਹ ਸੈਂਟਰਲ ਗਵਰਨਮੈਂਟ ਕਰ ਸਕਦੀ ਹੈ। ਉਸ ਵੇਲੇ ਕਾਂਗਰਸ ਦੇ ਮੁੱਖ ਮੰਤਰੀ ਸੀ। ਸੋ ਅੱਜ ਪੰਜਾਬ ਅੱਜ ਮੁੱਖ ਬੀਜੇਪੀ ਚ ਹੁਣ ਵੱਖਰੀ ਗੱਲ ਹੈ। ਮੈਂ ਕਾਂਗਰਸ ਸਰਕਾਰ ਦੀ ਗੱਲ ਕੀਤੀ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਲਾਗੂ ਕੀਤੀ ਹੈ। ਬੈਕ ਟੂ ਬੈਕ ਤੁਹਾਡਾ ਰਿਐਕਸ਼ਨ ਲਵਾਂਗਾ, ਥੋੜਾ ਜਿਹਾ ਟਾਈਮ ਵੀ ਆਪਣੇ ਕੋਲ ਪੂਰਾ ਇੱਕ ਵਾਰੀ ਕਲੀਅਰ ਕਰ ਲੈਣ ਦਿਓ। ਧੰਨਵਾਦ। ਸੋ ਦਸੰਬਰ 2003 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਸਰਕਾਰ ਨੇ ਓਪੀਐਸ ਨੂੰ ਖਤਮ ਕੀਤਾ, ਐਨਪੀਐਸ ਲੈ। ਦੂਜੀ ਗੱਲ, ਅਪ੍ਰੈਲ 1 2004 ਨੂੰ ਇੰਪਲੀਮੈਂਟ ਹੋ ਗਈ। ਜਿਹਨੂੰ ਨਹੀਂ ਪਤਾ ਇਸ ਚੀਜ਼ ਬਾਰੇ ਆਪਦੇ ਫੈਕਟਸ ਠੀਕ ਕਰ ਲੈ। ਦੂਜੀ ਗੱਲ, ਆਮ ਆਦਮੀ ਪਾਰਟੀ ਅੱਜ ਦੇ ਮੁੱਦੇ ਬਾਰੇ ਅਨਅਵੇਅਰ ਹੈ, ਇਹਨਾਂ ਨੂੰ ਪਤਾ ਹੀ ਨਹੀਂ, ਸਿੰਪਲੀ ਤਾਂ ਕਰਕੇ ਕਿਉਂਕਿ ਲੋਕ ਸਭਾ 'ਚ ਐਮਪੀ ਨਹੀਂ ਹੈ, ਕੋਈ ਆ ਕੇ ਦੱਸਣ ਵਾਲਾ ਤਾਂ ਹੈ ਨਹੀਂ ਜੀ ਵੀ ਮਿਨਿਸਟਰ ਆਫ ਸਟੇਟ ਫਾਰ ਫਾਈਨਾਂਸ ਨੇ ਆਹ ਗੱਲ ਕਹੀ ਹੈ, ਤਾਂ ਕਰਕੇ ਇਹਨਾਂ ਨੂੰ ਪਤਾ ਨਹੀਂ ਵੀ ਮੁੱਦਾ ਚੱਲ ਕੀ ਰਿਹਾ ਹੈ। ਸੋ ਸਾਡੀ ਇੰਨੀ ਕੁ ਰਿਕੁਐਸਟ ਹੈ, ਆਲ ਪਾਰਟੀ ਮੀਟ ਬੁਲਾਓ ਪੰਜਾਬ ਦੇ ਵਿੱਚ। ਤੁਹਾਨੂੰ ਨਾ ਤਜਰਬਾ ਹੈ, ਨਾ ਤੁਹਾਡੇ ਕੋਲ ਕੰਪੀਟੈਂਸ ਹੈ। ਜਿਨ੍ਹਾਂ ਨੇ ਇੰਪਲੀਮੈਂਟ ਕੀਤਾ ਦੂਜੀਆਂ ਸਟੇਟਸ ਦੇ ਵਿੱਚ, ਉਹਨਾਂ ਤੋਂ ਐਕਸਪੀਰੀਅੰਸ ਲਓ, ਤੁਹਾਡੀ ਹੈਲਪ ਕਰਾਵਾਂਗੇ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਓਪੀਐਸ ਇੰਪਲੀਮੈਂਟ ਹੋਵੇ। ਤੀਜੀ ਗੱਲ, ਆਮ ਆਦਮੀ ਪਾਰਟੀ ਅਸੀਂ ਕਿਉਂ ਇੱਥੇ ਦੇਖੋ, ਤੁਸੀਂ ਗੌਰਵ ਜੀ ਕਿਹਾ ਕਿ ਮਿਲਿਆ ਛੱਤੀਸਗੜ੍ਹ ਨੂੰ ਵੀ ਨਹੀਂ ਪੈਸਾ, ਝਾਰਖੰਡ ਨੂੰ ਵੀ ਨਹੀਂ, ਰਾਜਸਥਾਨ ਨੂੰ ਵੀ ਨਹੀਂ, ਉਹਨਾਂ ਰਿਕੁਐਸਟ ਕਰਕੇ ਦੇਖ ਲਈ, ਨਹੀਂ ਮਿਲਿਆ। ਮੈਂ ਕਹਿੰਦਾ ਨਾ ਸਹੀ, ਕੋਸ਼ਿਸ਼ ਤਾਂ ਕੀਤੀ। ਆਮ ਆਦਮੀ ਪਾਰਟੀ ਜੋ ਕਹਿ ਰਹੀ ਹੈ ਉਹ ਕਹਿ ਨਹੀਂ ਰਹੀ, ਕਹਿਣੀ ਤੇ ਕਥਨੀ ਦੇ ਵਿੱਚ ਫਰਕ ਹੈ। ਚਲੋ ਪਾਪਾ ਹੁਣ ਜਵਾਬ ਲੈ ਲਓ। ਮੇਰਾ ਇੰਨਾ ਹੀ ਕਹਿਣਾ, ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਇਹ ਕਹਿ ਰਹੇ ਨਾ ਅਸੀਂ ਮੈਨੀਫੈਸਟੋ ਲਈ ਲਿਖ ਕੇ ਭੇਜਿਆ ਸੀਗਾ, ਕਦੇ ਓਪੀਐਸ ਲਈ ਲਿਖ ਕੇ ਭੇਜਿਆ ਸ਼੍ਰੋਮਣੀ ਅਕਾਲੀ ਦਲ ਨੇ? ਕਦੇ ਵੀ ਨਹੀਂ ਭੇਜਿਆ, ਨਾ ਕਿਸੇ ਲੀਡਰ ਨੇ ਕਲੀਅਰ ਸਟੈਂਡ ਲਿਆ। ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ, ਹੁਣ ਦੇਖੋ ਭਾਰਤੀ ਜਨਤਾ ਪਾਰਟੀ ਆਪਦੀ ਜੇਬ ਚੋਂ ਕੱਢ ਕੇ ਤਾਂ ਪੈਸਾ ਪਾ ਨਹੀਂ ਰਹੀ, ਨਾ ਹੀ ਇਹਨਾਂ ਦੇ ਲੀਡਰਸ ਦਾ ਪੈਸਾ ਹੈ। ਪੰਜਾਬ ਦੇ ਜਦੋਂ ਮੁਲਾਜ਼ਮਾਂ ਨੇ ਪੈਸਾ ਦਿੱਤਾ ਹੈ, ਸਟੇਟ ਦੀ ਸਰਕਾਰ ਨੇ ਪੈਸਾ ਦਿੱਤਾ ਟੈਕਸ ਪੇਅਰਸ ਦਾ, ਤੇ ਕਿਉਂ ਨਹੀਂ ਅਸੀਂ ਲੈ ਸਕਦੇ? ਤੇ ਮੈਂ ਇੱਕ ਹੋਰ ਗੱਲ ਦੱਸਾਂ, ਜੇ ਕਹਿ ਰਹੇ ਨੇ ਵੀ ਹਜੇ ਲਾਅ ਨਹੀਂ ਹੈ, ਹੋ ਸਕਦਾ ਕਿ ਪੀਐਫ ਜਿਹੜਾ ਹੈਗਾ ਆਪਣਾ ਇਹਦੇ ਵਿੱਚ ਐਕਟ ਦੇ ਵਿੱਚ ਨਾ ਹੋਵੇ ਪ੍ਰੋਵੀਜ਼ਨ ਐਜ਼ ਆਫ ਨਾਓ, ਲੇਕਿਨ ਅਮੈਂਡ ਕਰ ਦੋ। ਨੀਅਤ ਦੀ ਕਮੀ ਹੈ, ਉਹ ਨੀਅਤ ਲਿਆਵੇ ਭਾਰਤੀ ਜਨਤਾ ਪਾਰਟੀ, ਅਮੈਂਡਮੈਂਟ ਕਰਦੇ ਤੇ ਪ੍ਰੋਵੀਜ਼ਨ ਬਣ ਜਾਊਗੀ, ਪੈਸਾ ਮਿਲ ਜਾਊਗਾ। ਜਦੋਂ ਐਨਪੀਐਸ ਲੈਣੀ ਨਹੀਂ ਅਸੀਂ ਲੈਣੀ ਕੋਈ ਹੋਰ, ਅਸੀਂ ਪ੍ਰੋਵੀਜ਼ਨ ਕੋਈ ਹੋਰ ਲੈਣੀ ਹੈ। ਪੂਰਾ ਮੈਂ ਰਿਐਕਸ਼ਨ ਲੈਣਾ, ਮੈਂ ਗਰਗ ਸਾਹਿਬ ਤੁਹਾਡੇ ਕੋਲ ਆਵਾਂਗਾ। ਜੀ ਠੀਕ ਹੈ, ਮੈਂ ਤੁਹਾਡੇ ਕੋਲ ਆਵਾਂਗਾ। ਮੈਂ ਥੋੜਾ ਹੋਰ ਦਰੁਸਤ ਕਰਦਾ, ਤੁਸੀਂ 1 ਅਪ੍ਰੈਲ 2004 ਦਾ ਜ਼ਿਕਰ ਕਰ ਰਹੇ ਹੋ। ਖੜਿਆਲ ਸਾਹਿਬ, ਆਈ ਹੋਪ ਸੋ ਕਿ ਤੁਸੀਂ ਅਵੇਅਰ ਹੋਵੋਗੇ, ਉਸ ਸਮੇਂ ਆਪਸ਼ਨਲ ਸੀ ਇਹ ਸਟੇਟਸ ਦੇ ਲਈ ਕਿ ਤੁਸੀਂ ਓਪੀਐਸ ਨੂੰ, ਯਾਨੀ ਜਿਹੜੀ ਪੁਰਾਣੀ ਡੀਬੀਪੀਐਸ ਪੁਰਾਣੀ ਸਕੀਮ ਹੈ, ਉਸ ਨੂੰ ਬੰਦ ਕਰਨਾ ਚਾਹੁੰਦੇ ਹੋ, ਨਵੀਂ ਸਕੀਮ ਲੈਣੀ ਹੈ ਜਾਂ ਨਹੀਂ ਲੈਣੀ। ਉਸ ਸਮੇਂ ਆਪਸ਼ਨਲ ਸੀ, ਔਰ ਪੰਜਾਬ ਉਹਨਾਂ ਸੂਬਿਆਂ ਦੇ ਵਿੱਚ ਮੋਹਰੀ ਸੀ ਜਿਨ੍ਹਾਂ ਨੇ ਡੀਬੀਪੀਐਸ ਬੰਦ ਕਰਕੇ ਐਨਪੀਐਸ ਨੂੰ ਮੁਲਾਜ਼ਮਾਂ ਦੇ ਉੱਤੇ ਲਾਗੂ ਕੀਤਾ। ਬਰਾੜ ਸਾਹਿਬ ਨਾ ਉਹ ਮੈਂ ਉੱਥੇ ਇੱਕ ਚੀਜ਼ ਸਪਸ਼ਟ ਕਰਦਾ, ਪਹਿਲਾਂ ਮੈਂ ਬੇਨਤੀ ਇਸ ਗੱਲ ਦੀ ਕਰਦੇ ਆ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੇ 'ਚ ਕੋਈ ਦੋ ਬੀਜੇਪੀ ਸਰਕਾਰ ਲੈ ਕੇ ਆਪਸ਼ਨਲ ਸੀਗੀ। ਦੂਜੀ ਗੱਲ, ਇੱਕ ਮਿੰਟ ਜੀ ਖੜਿਆਲ ਸਾਹਿਬ, ਮੇਰਾ ਸਮਾਂ ਆ ਗਿਆ ਕਿੱਥੇ ਆਲਰੇਡੀ ਅੱਜ ਭਾਰਤੀ ਜਨਤਾ ਪਾਰਟੀ ਨੇ। ਸੋ ਇੱਥੋਂ ਪਤਾ ਲੱਗ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਐਂਟੀ ਪੰਜਾਬ ਸੀ ਹੈ ਤੇ ਰਹੂਗੀ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕੁਝ ਨਹੀਂ ਕੀਤਾ, ਆਮ ਆਦਮੀ ਪਾਰਟੀ ਅੱਜ ਬਰਾੜ ਸਾਹਿਬ ਕੁਝ ਕਹਿ ਰਹੇ ਨੇ, ਮੇਰੇ ਕੋਲ ਸਮਾਂ ਬਹੁਤ ਪੂਰਾ ਹੋ ਗਿਆ। ਖੜਿਆਲ ਸਾਹਿਬ ਝੂਠ ਨਾ ਬੋਲੋ। ਬਰਾੜ ਸਾਹਿਬ ਉਸ ਵੇਲੇ ਗੌਰਵ ਜੀ ਤੁਸੀਂ ਆਪ ਦੱਸਤਾ, ਕਲੀਅਰ ਕਰਤਾ ਹੈ ਉਹ ਕਿ ਉਸ ਵੇਲੇ ਆਪਸ਼ਨਲ ਸੀਗੀ, ਤੇ ਇਹ ਕਾਂਗਰਸ ਦੀ ਸਰਕਾਰ ਨੇ ਇਹਨੂੰ ਮੰਨਿਆ ਔਰ ਲਾਗੂ ਕੀਤਾ, ਜਿਹੜੀ ਕਿ ਇਹ ਸਾਡੇ ਤੇ ਐਵੇਂ ਉਂਗਲੀਆਂ ਠਾਈ ਜਾਂਦੀਆਂ। ਸਾਰੇ ਦੇ ਸਾਰੇ ਪੇ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਹੈ। ਇਹਨਾਂ ਵੇਲੇ ਇੱਕ ਆਇਆ ਸੀ, ਉਹ ਵੀ ਲੰਗੜਾ ਕੀਤਾ। ਔਰ ਕਾਂਗਰਸ ਦੀ ਸਰਕਾਰ ਇੱਕ ਤਾਂ ਐਸੀ ਰਹੀ ਕਿ ਸਾਡੇ ਵੇਲੇ ਦੀਆਂ ਵਧਾਈਆਂ ਜਿਹੜੀਆਂ ਤਨਖਾਹਾਂ ਸੀ ਉਹ ਘਟਾਤੀਆਂ ਸੀ, ਇਹ ਤੁਹਾਡੀ ਕਾਂਗਰਸ ਸਰਕਾਰ ਵੇਲੇ ਦਾ ਹੀ ਸੀਗਾ। ਇਸ ਕਰਕੇ ਕਾਂਗਰਸ ਸਰਕਾਰ ਨੇ ਹਮੇਸ਼ਾ ਮੁਲਾਜ਼ਮ ਦੇ ਬੋਝੇ ਚੋਂ ਕੁਝ ਨਾ ਕੁਝ ਕੱਢਿਆ ਹੀ ਹੈ। ਲਾਗੂ ਨਹੀਂ ਕੀਤਾ ਤੁਸੀਂ, ਹਮੇਸ਼ਾ ਮੁਲਾਜ਼ਮ ਦੇ
ਬੋਝੇ ਚੋਂ ਖਜਾਲ ਸਾਹਿਬ ਥੋੜਾ ਜਿਹਾ ਵੇਟ ਕਰੋ, ਲੋਕਾਂ ਨੂੰ ਸਮਝ ਆਵੇ ਕਿ ਆਖਿਰ ਗੱਲ ਕੀ ਹੋ ਰਹੀ ਹੈ। ਬਰਾੜ ਸਾਹਿਬ ਇਹ ਜਵਾਬ ਦੇ ਦਿਓ, 10 ਸਾਲ ਸੱਤਾ ਦੇ ਵਿੱਚ ਰਹੇ ਹੋ, ਕਹਿੰਦੇ ਤੁਸੀਂ ਨਹੀਂ ਸਟੈਂਡ ਲਿਆ ਓਪੀਐਸ ਵਾਸਤੇ, 2004 ਤੋਂ ਬਾਅਦ 2007 ਦੇ ਵਿੱਚ ਸੱਤਾ ਚ ਆ ਗਏ ਸੀ, 10 ਸਾਲ ਰਹੇ, ਨਹੀਂ ਲਿਆ ਤੁਸੀਂ ਸਟੈਂਡ। ਪਾਰਟੀ ਦੀ ਦੇਣਾ ਜਿਹੜੀ ਸਾਰੀਆਂ ਸਟੇਟਾਂ ਨੂੰ। ਆਵਾਜ਼ ਨਹੀਂ ਆ ਰਹੀ। ਚਲੋ ਮੈਂ ਚੰਨੀ ਗਰਗ ਸਾਹਿਬ ਇੱਕ ਫਾਈਨਲ ਰਿਐਕਸ਼ਨ ਤੁਸੀਂ ਦਿਓ, ਪਹਿਲਾਂ ਮੈਂ ਚੰਨੀ ਦਾ ਰੁਖ ਕਰ ਲਵਾਂ। ਚੰਨੀ ਜੀ, ਹੁਣ ਕਲੀਅਰ ਹੈ ਕਿ ਐਨਪੀਐਸ ਦਾ ਪੈਸਾ ਨਹੀਂ ਦੇਣਾ ਸੈਂਟਰ ਨੇ, ਸਿਰਫ ਪੰਜਾਬ ਸਰਕਾਰ ਕਹਿ ਰਹੀ ਹੈ, ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਚੰਨੀ ਜੀ ਧਿਆਨ ਦਿਵੋ, ਪੰਜਾਬ ਬੀਜੇਪੀ ਧਿਆਨ ਦੇਵੇ, ਪੰਜਾਬ ਦੇ EMPLOYEES ਦਾ ਪੈਸਾ ਹੈ, ਤੁਸੀਂ ਵੀ ਨਾਲ ਲੱਗੋ ਤੇ ਉੱਥੋਂ ਪੈਸਾ ਲਿਆਈਏ ਤਾਂ ਕਿ ਲੋਕਾਂ ਨੂੰ ਪੈਨਸ਼ਨ ਮਿਲ ਸਕੇ, ਸਿਕਿਉਰ ਫੀਲ ਉਹ ਕਰ ਸਕਣ। ਗੌਰਵ ਜੀ, ਮੈਂ ਤੁਹਾਨੂੰ ਸਾਰਿਆਂ ਦੇ ਵਾਸਤੇ ਦੱਸ ਦਿੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸਕੀਮ ਆਪਸ਼ਨਲ ਸੀਗੀ, ਕੰਪਲਸਰੀ ਨਹੀਂ ਸੀ, ਔਰ ਪੰਜਾਬ ਮੋਹਰੀ ਸੀਗਾ, ਔਰ ਪੰਜਾਬ ਦੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਸਕੀਮ ਲਈ। ਮੈਂ ਹੋਰ ਵੀ ਤੁਹਾਨੂੰ ਗੱਲ ਦੱਸ ਦਿੰਦਾ, ਅੱਜ ਵੀ ਵੈਸਟ ਬੰਗਾਲ ਦੇ ਵਿੱਚ ਐਨਪੀਐਸ ਨਹੀਂ ਹੈਗੀ, ਉਹਨਾਂ ਨੇ ਇਹ ਸਕੀਮ ਆਪਟ ਨਹੀਂ ਕੀਤੀ ਵੈਸਟ ਬੰਗਾਲ ਨੇ। ਤੋਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਫੈਸਲੇ ਨਹੀਂ ਵੀ ਤੁਸੀਂ ਸਬਜ਼ੀ ਲੈਣ ਗਏ ਆ ਕਿ ਆਹ ਲੈ ਲਈਏ, ਨਾ ਲਈਏ, ਮੋੜਤੀ, ਐਂ ਕਰਤੀ, ਉਹ ਕਰਤੀ, ਇਹ ਚੀਜ਼ਾਂ ਬੜੀਆਂ ਲੀਗਲੀ ਬਾਉਂਡਿੰਗ ਹੁੰਦੀਆਂ ਨੇ। ਔਰ ਦੂਸਰੀ ਗੱਲ ਇਹ ਹੈਗੀ ਕਿ ਕਿਹੜਾ ਫੈਸਲਾ ਹੈਗਾ ਤੁਸੀਂ ਰੈਟਰੋਸਪੈਕਟਿਵਲੀ ਗੌਰਵ ਜੀ ਲਾਗੂ ਕਰ ਸਕਦੇ। ਕੋਈ ਵੀ ਜਿਹੜਾ ਫੈਸਲਾ ਤੁਸੀਂ ਕਰਦੇ ਆ ਲਾਅ ਦੇ ਵਿੱਚ ਇੱਕੋ ਹੀ ਅਰਸ਼ਪ੍ਰੀਤ ਨੂੰ ਪਤਾ ਹੈਗਾ, ਪ੍ਰੋਵੀਜ਼ਨ ਹੈਗਾ ਕਿ ਕੋਈ ਫੈਸਲਾ ਜਿਹੜਾ ਕਰੋਗੇ ਉਹ ਪ੍ਰੋਸਪੈਕਟਿਵਲੀ ਲਾਗੂ ਹੋਏਗਾ। ਤੁਸੀਂ ਅੱਜ ਦਾ ਫੈਸਲਾ ਕੱਲ ਤੋਂ ਨਹੀਂ। ਠੀਕ ਹੈ ਸਰ, ਤੁਹਾਡਾ ਪੁਆਇੰਟ ਵੈਲਿਡ ਹੈ, ਪਰ ਪੁਆਇੰਟ ਤਾਂ ਇਹ ਵੀ ਹੈ ਕਿ ਸੈਂਟਰ ਦੇ ਕੋਲ ਜਿਹੜਾ ਪੈਸਾ ਉਹ ਸੈਂਟਰ ਦਾ ਨਹੀਂ ਹੈ ਨਾ, ਕਿ ਜੇ ਮੈਂ ਅੱਜ ਕੋਈ ਪਲੈਨਿੰਗ ਕਰ ਰਿਹਾ ਤਾਂ ਮੈਨੂੰ ਪਤਾ ਹੋਵੇ ਕਿ ਮੈਂ ਬੈਂਕ ਦੇ ਵਿੱਚ ਮੇਰੀ 5 ਲੱਖ ਦੀ ਐਫਡੀ ਪਈ ਹੈ ਤੇ ਹੁਣ ਤੁਸੀਂ ਕਹੋ ਕਿ ਉਹ ਐਫਡੀ ਬਾਰੇ ਨਹੀਂ ਸੋਚਣਾ ਸੀ, ਤਾਂ ਉਹ ਵੀ ਵੈਲਿਡ ਰੀਜ਼ਨ ਹੈ ਨਾ ਕਿ ਕੋਈ ਆਪਣੇ ਘਰ ਦੇ ਵਿੱਚ ਫੰਕਸ਼ਨ ਜਾਂ ਕੋਈ ਮਕਾਨ ਖਰੀਦਣ। ਮੈਂ ਬੜੀ ਛੋਟੀ ਐਗਜ਼ਾਮਪਲ ਲੈ ਕੇ ਇੱਕ ਵੱਡੀ ਗੱਲ ਨੂੰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਕੋਈ ਪਲਾਨ ਕਰ ਰਿਹਾ ਹੁੰਦਾ ਤਾਂ ਉਹਦੇ ਜ਼ਿਹਨ 'ਚ ਹੁੰਦਾ ਕਿ ਮੈਨੂੰ ਉੱਥੋਂ 5 ਲੱਖ ਆ ਜਾਣਾ, ਉੱਥੋਂ 5 ਲੱਖ ਆ ਜਾਣਾ, ਫਿਰ ਮੈਂ ਬੈਠ ਕੇ ਇੱਥੇ 15 ਲੱਖ ਦੀ ਪਲੈਨਿੰਗ ਕਰ ਰਿਹਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਬਾਰੇ ਸੋਚਣਾ ਚਾਹੀਦਾ? ਇੱਕ ਇੰਟਰੈਕਸ਼ਨ ਹੈ ਚੰਨੀ ਸਾਹਿਬ, ਅਸੀਂ ਇੱਕ ਗੱਲ ਕਹਿਣੀ ਹੈ ਚੰਨੀ ਸਾਹਿਬ, ਸੌਰੀ ਇੱਕ ਗੱਲ ਕਹਿਣੀ ਹੈ ਬਸ। 2003 ਬਾਈ ਕੋ ਕਰੈਕਸ਼ਨ ਕਰਨੀ ਹੈ, ਇਹ ਆਪਸ਼ਨਲ ਨਹੀਂ ਸੀ ਗੌਰਵ ਜੀ, ਤੁਸੀਂ ਗਲਤ ਕਿਹਾ, ਇਹ ਮੈਂਡੇਟਰੀ ਕਰ ਦਿੱਤੀ ਗਈ ਸੀਗੀ ਬੀਜੇਪੀ ਸਰਕਾਰ ਦੁਆਰਾ। ਕਰੈਕਸ਼ਨ ਕਰ ਰਹੇ, ਚੈੱਕ ਕਰ ਲਿਓ। ਚਲੋ ਠੀਕ ਹੈ ਚੰਨੀ ਜੀ, ਸ਼ੁਕਰੀਆ। ਮੈਂ ਇੱਕ ਵਾਰੀ ਰਿਐਕਸ਼ਨ ਜ਼ਰੂਰ ਲੈਣਾ ਹੈ, ਗਰਗ ਸਾਹਿਬ ਦਾ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਗਰਗ ਸਾਹਿਬ ਦੇਖੋ, ਤੁਸੀਂ ਕਹਿ ਰਹੇ ਹੋ ਅਸੀਂ ਇੰਪਲੀਮੈਂਟ ਕਰਾਂਗੇ, ਵਧੀਆ ਲੱਗ ਰਿਹਾ ਹੈ, ਪਰ ਇੰਪਲਾਈਜ਼ ਜਾਣਨਾ ਚਾਹੁੰਦੇ ਨੇ ਕਿ ਪੈਸਾ ਆਏਗਾ ਕਿੱਥੋਂ। ਤੁਸੀਂ ਦੱਸ ਦਿਓ ਫਾਰਮੂਲਾ ਕੀ ਹੈ, ਕਿ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈ, ਤੁਸੀਂ 올ਡ ਪੈਨਸ਼ਨ ਸਕੀਮ ਜਿਹੜੀ ਲਾਗੂ ਕਰਨ ਜਾ ਰਹੇ ਹੋ। ਦੇਖੋ ਤੁਹਾਡੀ 5 ਸਾਲ ਸੱਤਾ ਹੈ, ਮੌਜੂਦਾ ਸਮੇਂ ਦੇ ਵਿੱਚ ਇਸ ਇਨਿੰਗ 'ਚ ਹੈ, 2027 ਤੱਕ ਇਲੈਕਸ਼ਨ ਤੋਂ ਬਾਅਦ ਕੀ ਹੋਏਗਾ ਨਹੀਂ ਪਤਾ, ਤੇ ਜਿਹੜੇ ਇੰਪਲਾਈਜ਼ ਨੇ ਰਿਟਾਇਰ ਹੋਣਾ ਹੈ। ਮੈਂ ਇੱਕ ਅੰਕੜਾ ਪੜ੍ਹ ਰਿਹਾ ਸੀ ਕਿ ਅਗਲੇ 5 ਸਾਲ ਦੇ ਵਿੱਚ ਸਿਰਫ 4100 ਇੰਪਲਾਈਜ਼ ਰਿਟਾਇਰ ਹੋਣਗੇ ਜਿਹੜੇ 2004 ਤੋਂ ਬਾਅਦ ਵਾਲੇ ਨੇ। 2032 ਤੋਂ ਬਾਅਦ ਇੱਕ ਚੈਲੰਜ ਹੋਏਗਾ, ਜੇ ਤੁਸੀਂ ਇੰਪਲੀਮੈਂਟ ਕਰਦੇ ਹੋ ਤਾਂ ਉਸ ਸਮੇਂ ਕਿਸ ਦੀ ਸਰਕਾਰ ਹੋਏਗੀ, ਤਾਂ ਇਹ ਗੱਲ ਹੋਗੀ ਕਿ ਉਹ ਦੇਖਣ, ਸਾਡਾ ਕੋਈ ਰੌਲਾ ਨਹੀਂ। ਤੁਸੀਂ ਫਾਰਮੂਲਾ ਦੱਸੋ ਲੋਕਾਂ ਨੂੰ ਕਿ ਓਪੀਐਸ ਲਾਗੂ ਕਰੋਗੇ ਕਿਵੇਂ? ਗੌਰਵ ਜੀ ਇੱਕ ਗੱਲ ਤੇ ਅੱਜ ਤੁਹਾਡੀ ਇਸ ਡਿਬੇਟ ਦੇ ਵਿੱਚ ਬਿਲਕੁਲ ਸਪਸ਼ਟ ਹੋ ਗਈ, ਪੰਜਾਬ ਦੇ ਲੋਕਾਂ ਨੂੰ, ਇੰਪਲਾਈ ਨੂੰ ਵੀ, ਈਵਨ ਆਲ ਇੰਡੀਆ ਦੇ ਨੂੰ, ਇਹ ਜਿਹੜੀਆਂ ਪਾਰਟੀਆਂ ਨੂੰ, ਚਾਹੇ ਉਹ ਬੀਜੇਪੀ ਹੈ, ਚਾਹੇ ਕਾਂਗਰਸ ਹੈ ਜਾਂ ਅਕਾਲੀ ਦਲ ਹੈ, ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਪੈਨਸ਼ਨ ਨੂੰ ਲਾਗੂ ਕਰਨਾ ਚਾਹੁੰਦੇ ਆ ਪੰਜਾਬ 'ਚ ਕਿ ਨਹੀਂ ਲਾਗੂ ਕਰਨਾ ਚਾਹੁੰਦੇ। ਨੰਬਰ 1, ਆਮ ਆਦਮੀ ਪਾਰਟੀ ਨੇ ਨੋਟੀਫਿਕੇਸ਼ਨ ਕਰ ਦਿੱਤਾ। ਨੰਬਰ 2 ਦੇ ਉੱਤੇ, ਕਿਉਂਕਿ ਇਹ ਅੱਜ ਹੁਣ ਜੋ ਮਰਜ਼ੀ ਗੱਲਾਂ ਕਰਦੇ ਰਹਿਣ, ਕਾਰਪੋਰੇਟ ਪੱਖੀ ਜਿਹੜੀਆਂ ਨੀਤੀਆਂ 1992 ਤੋਂ ਸ਼ੁਰੂ ਹੋਈਆਂ, ਉਹ ਦੋਨਾਂ ਦੀਆਂ ਨੀਤੀਆਂ ਇੱਕੋ ਤਰ੍ਹਾਂ ਦੀਆਂ ਨੇ। ਚੰਨੀ ਸਾਹਿਬ ਨੇ ਬਿਲਕੁਲ ਜਵਾਬ ਨਹੀਂ ਦਿੱਤਾ। 10.5 ਲੱਖ ਕਰੋੜ ਰੁਪਇਆ ਕਾਰਪੋਰੇਟ ਦਾ ਮਾਫ ਕਰਤਾ, ਉਦੋਂ ਨਾ ਉਹ ਫ੍ਰੀ ਵੀ ਹੈ, ਨਾ ਹੀ ਭਾਰ ਪੈਂਦਾ ਹੈਗਾ ਜਿਹੜੀ ਕੇਂਦਰ ਸਰਕਾਰ ਦੇ ਉੱਤੇ। ਜਦੋਂ ਮੁਲਾਜ਼ਮਾਂ ਦੀ ਗੱਲ ਆਉਂਦੀ ਹੈ ਉਦੋਂ ਇਹ ਗੱਲ ਕਰਦੇ ਆ। ਨੰਬਰ 3 ਜਿਹੜਾ ਹੈਗਾ, ਅੱਜ ਮੁੱਦਾ ਇਹ ਨਹੀਂ ਹੈਗਾ ਕਿ ਪੰਜਾਬ ਸਰਕਾਰ ਦਾ ਪ੍ਰਪੋਜ਼ਲ ਉੱਥੇ ਪੁੱਜਿਆ ਕਿ ਨਹੀਂ ਪੁੱਜਿਆ, ਪਰ ਤੁਸੀਂ ਕੰਕਲੂਡ ਕਰਨਾ ਗਰਗ ਸਾਹਿਬ, ਲੋਕਾਂ ਨੂੰ ਦੱਸ ਦਿਓ ਕਿ ਕੋਈ ਫਾਰਮੂਲਾ ਹੈ ਤੁਹਾਡੇ ਕੋਲ। ਐਨਪੀਐਸ ਨੂੰ ਸਾਈਡ ਰੱਖੋ, ਉਹ ਜਦੋਂ ਆਏਗਾ ਦੇਖਾਂਗੇ। ਤੁਸੀਂ ਫਾਰਮੂਲਾ ਦੱਸ ਦਿਓ ਕਿ ਹਾਂ ਤੁਹਾਡੇ ਕੋਲ ਕੋਈ ਫਾਰਮੂਲਾ ਹੈ ਤੇ ਤੁਸੀਂ ਓਪੀਐਸ ਇੰਪਲੀਮੈਂਟ ਕਰੋਗੇ। ਹੈਗਾ ਬਿਲਕੁਲ ਫਾਰਮੂਲਾ ਹੈਗਾ। ਅਸੀਂ ਇਹ ਪੈਸਾ ਵੀ ਵਾਪਸ ਲੈ ਕੇ ਆਵਾਂਗੇ ਜੇ ਲੋਕਾਂ ਨਾਲ ਵਾਅਦਾ ਕੀਤਾ। ਇਹ ਲੋਕਾਂ ਨੂੰ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਜੋ ਵਾਅਦਾ ਕਰਦੀ ਉਹ ਪੂਰਾ ਕਰਦੀ ਹੈ। ਅਸੀਂ ਇਹ ਮੁਲਾਜ਼ਮਾਂ ਠੀਕ ਹੈ, ਮੈਂ ਕੰਕਲੂਡ ਕਰਨਾ ਸਰ, ਮੈਂ ਕੰਕਲੂਡ ਕਰਨਾ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਚੰਨੀ ਜੀ, 10.5 ਲੱਖ ਕਰੋੜ ਦੀ ਅਮਾਉਂਟ ਦੇ ਉੱਤੇ ਬਹੁਤ ਕਿੰਤੂ ਪਰੰਤੂ ਹੋ ਰਹੇ ਨੇ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਉਸ ਦੇ? ਇੱਕ ਤਾਂ ਆਰਟੀ ਦੀ ਕਾਪੀ ਸਾਨੂੰ ਭੇਜ ਦੇਣ ਤਾਂ ਕਿ ਅਸੀਂ ਵੀ ਦੇਖ ਲਈਏ। ਦੂਜੀ ਗੱਲ ਇਹ ਕਿਸੇ ਦਾ ਮਾਫ ਨਹੀਂ ਹੋਇਆ, ਕਿਸੇ ਕਾਰਪੋਰੇਟ ਦਾ ਨਹੀਂ ਕਹਿੰਦਾ ਜਦੋਂ ਮਾਫ ਨਹੀਂ, ਉਹ ਅੰਡਰ ਪਾਲਿਸੀ ਤੋਂ ਹੈ, ਬਿਨਾਂ ਪਾਲਿਸੀ ਤੋਂ ਕੁਝ ਨਹੀਂ ਹੁੰਦਾ। ਇਟ ਇਜ਼ ਆਲਵੇਜ਼ ਅੰਡਰ ਦੀ ਪਾਲਿਸੀ ਐਂਡ ਇਟ ਇਜ਼ ਮੇਡ ਪਬਲਿਕ। ਮੁਲਾਜ਼ਮ ਵੀ ਪਾਲਿਸੀ ਮੰਗਦੇ ਨੇ ਪੈਨਸ਼ਨ ਦੀ, ਲੋਕ ਕਿਸਾਨ ਦੀ ਪਾਲਿਸੀ ਮੰਗਦੇ ਨੇ। ਠੀਕ ਹੈ, ਚਲੋ ਉਦੋਂ ਵੀ
ਜਾਂਦਾ ਹੈ। ਤੁਸੀਂ ਪੰਜਾਬ ਦੇ ਜੇ 10.5 ਲੱਖ ਕਰੋੜ ਦਾ ਵੀ ਜ਼ਿਕਰ ਹੋ ਰਿਹਾ ਤਾਂ ਉਹ ਵੀ ਠੀਕ ਹੈ। ਗਰਗ ਸਾਹਿਬ ਚੰਨੀ ਜੀ ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕਦੇ ਹਾਂ, ਪਰ ਜਿਹੜੇ ਦਾਅਵੇ ਹੋ ਰਹੇ ਨੇ ਉਹ ਦਸਤਾਵੇਜ਼ਾਂ ਦੇ ਨਾਲ ਹੋਣ ਤਾਂ ਜ਼ਿਆਦਾ ਵਧੀਆ ਹੈ। ਤਾਂ ਉਮੀਦ ਹੈ ਕਿ ਤੁਸੀਂ ਜ਼ਰੂਰ ਉਹ ਵੀ ਦਸਤਾਵੇਜ਼ ਸਾਹਮਣੇ ਰੱਖ ਦੋਗੇ ਜਿਸ ਆਰਟੀਏ ਦਾ ਜ਼ਿਕਰ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤਾਂ ਅਸੀਂ ਜ਼ਿਕਰ ਅੱਜ 올ਡ ਪੈਨਸ਼ਨ ਸਕੀਮ ਦਾ ਕੀਤਾ ਹੈ। ਖੈਰ ਫਿਲਹਾਲ 올ਡ ਪੈਨਸ਼ਨ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਪੂਰਾ ਭਰੋਸਾ ਦੇ ਰਹੇ ਨੇ ਕਿ ਚਿੰਤਾ ਨਾ ਕਰੋ, ਐਨਪੀਐਸ ਵਾਲੀ ਗੱਲ ਵੀ ਹੈ ਦਿਮਾਗ ਦੇ ਵਿੱਚ ਤੇ ਅਸੀਂ ਕਿਹਾ ਤੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ। ਪਰ ਲਾਗੂ ਕਿਵੇਂ ਹੋਏਗੀ, ਇਹ ਵੱਡਾ ਸਵਾਲ ਹੁਣ ਵੀ ਬਰਕਰਾਰ ਹੈ। ਲਾਗੂ ਹੋਣ ਦੇ ਨਾਲ ਕਿਹੜੇ ਫਾਰਮੂਲਾ ਹੋਏਗਾ, ਯਾਨੀ ਕਿ EMPLOYEES ਦੇ ਪੈਸੇ ਮਿਲਣਗੇ ਕਿਵੇਂ, ਕੱਟਣਗੇ ਕਿਵੇਂ। ਪਹਿਲਾਂ ਇੱਕ ਜੀਪੀ ਫੰਡ ਹੁੰਦਾ ਸੀ, ਬਹੁਤ ਸਾਰੇ ਜਿਹੜੇ ਸਾਡੇ ਨਾਲ ਇਸ ਸਮੇਂ ਰਿਟਾਇਰ EMPLOYEES ਜੁੜੇ ਹੋਏ ਨੇ ਉਹ ਸਮਝਦੇ ਹੋਣਗੇ ਜੀਪੀ ਫੰਡ ਹੁੰਦਾ ਸੀ। ਤਾਂ ਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਐਜ਼ ਇਟ ਇਜ਼ ਇੰਪਲੀਮੈਂਟ ਕਰ ਦਿੱਤਾ ਜਾਏਗਾ ਜਾਂ ਫਿਰ ਕੋਈ ਵਿਚਾਲੇ ਦਾ ਰਾਹ ਕੱਢਿਆ ਜਾਣਾ ਹੈ? ਸਭ ਤੋਂ ਵੱਡਾ ਸਵਾਲ ਇਹੀ ਹੈ, ਪੈਸਾ ਕਿੱਥੋਂ ਆਉਣਾ ਹੈ। ਉਮੀਦ ਕਰਦੇ ਹਾਂ ਕਿ ਸਰਕਾਰ ਇਹ ਵੀ ਫਾਰਮੂਲਾ ਜ਼ਰੂਰ ਲੋਕਾਂ ਸਾਹਮਣੇ ਜਲਦ ਰੱਖੇਗੀ। ਸਾਰੇ ਮਹਿਮਾਨਾਂ ਦਾ ਧੰਨਵਾਦ, ਦਰਸ਼ਕਾਂ ਦਾ ਧੰਨਵਾਦ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।